ਬੋਲੀ ਨਾ ਰਹੀ ਤੇ ਕਵਿਤਾਵਾਂ ਮੁੱਕ ਜਾਣਗੀਆਂ। ਮਾਵਾਂ ਦੀਆਂ ਲੋਰੀਆਂ ਦੁਆਵਾਂ ਮੁੱਕ ਜਾਣਗੀਆਂ। ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਰੁਲਾ ਦਿਓ, ਕਿਤੇ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੋਲੇ ਜਦੋਂ ਬੰਦਾ ਤੇ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਕਿਤੇ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ। ਗੱਲਾਂ ਤੇ ਕੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਮੈਂ ਹਾਂ ਪਰਮਵੀਰ। ਜੇਕਰ ਭਾਸ਼ਾ ਹੈ ਤੇ ਸਾਹਿਤ ਹੈ, ਸਾਹਿਤ ਹੈ ਤੇ ਭਾਸ਼ਾ ਹੈ, ਬਿਲਕੁਲ ਹੀ ਆਪਾਂ ਸਹੀ ਗੱਲ ਕਹਿ ਸਕਦੇ ਹਾਂ, ਕਿਉਂਕਿ ਭਾਸ਼ਾ ਤੇ ਸਾਹਿਤ ਦਾ ਆਪਸੀ ਤਾਲਮੇਲ ਹੈ, ਆਪਸੀ ਰਿਸ਼ਤਾ ਹੈ, ਗੂੜਾ ਰਿਸ਼ਤਾ ਹੈ। ਅੱਜ ਇਸੇ ਵਿਸ਼ੇ ਤੇ ਅੱਜ ਅਸੀਂ ਗੱਲ ਕਰਨੀ ਹੈ, ਕਿਉਂਕਿ ਸਾਡੇ ਕੋਲ ਪਹੁੰਚੇ ਨੇ ਉੱਗੇ ਸਾਹਿਤਕਾਰ ਮੈਡਮ ਮੀਨਾ ਮਹਿਰੋਕ ਜੀ, ਜੋ ਕਿ ਉੱਗੇ ਸਾਹਿਤਕਾਰ ਨੇ। ਬਹੁਤ ਸਾਰੀਆਂ ਕਵਿਤਾਵਾਂ ਇਹ ਲਿਖ ਚੁੱਕੇ ਨੇ, ਗਜ਼ਲਾਂ ਦੇ ਉੱਤੇ ਕੰਮ ਕਰ ਰਹੇ ਨੇ, ਔਰ ਇੱਕ ਅਧਿਆਪਿਕਾ ਵੀ ਨੇ, ਮੰਚ ਸੰਚਾਲਕ ਵੀ ਨੇ, ਔਰ ਕਈ ਕਿਤਾਬਾਂ ਦੇ ਵਿੱਚ ਇਹ ਲਿਖ ਚੁੱਕੇ ਨੇ, ਔਰ ਕਈ ਆਰਟੀਕਲਸ ਇਹਨਾਂ ਦੇ ਸਮੇਂ-ਸਮੇਂ ਤੇ ਅਖਬਾਰਾਂ ਵਿੱਚ ਛਪਦੇ ਰਹਿੰਦੇ। ਔਰ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਦੇਸ਼ ਵਿੱਚ ਵੀ ਜਾ ਕੇ ਮੰਚ ਸੰਚਾਲਨ ਕਰਨਗੇ। ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ। ਬਹੁਤ ਸ਼ੁਕਰੀਆ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਲੰਧਰ ਦੂਰਦਰਸ਼ਨ ਕੇਂਦਰ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਤੀਸਰੀ ਵਾਰ ਫਿਰ ਤੋਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਜੀ। ਸਾਹਿਤ, ਕਵਿਤਾ, ਗਜ਼ਲ, ਕਈ ਵਾਰ ਇਦਾਂ ਲੱਗਦਾ ਹੈ ਕਿ ਸਾਹਿਤ ਦੇ ਵਿੱਚ ਕੀ ਕੁਝ ਹੈ ਨਾ, ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਜ਼ਿਆਦਾ ਵਧੀਆ ਕੋਈ ਨਹੀਂ ਦੱਸ ਸਕਦਾ ਕਿ ਅਸਲ ਦੇ ਵਿੱਚ ਇਹ ਸਾਹਿਤ ਹੈ ਕੀ ਹੈ, ਔਰ ਕਵਿਤਾ ਤੇ ਗਜ਼ਲ ਦੇ ਵਿੱਚ ਕੀ ਫਰਕ ਹੈ। ਜੀ, ਸਾਹਿਤ ਅਗਰ ਬਹੁਤ ਸਾਰੇ ਵਿਦਵਾਨ ਆਲਮ ਫਾਜ਼ਲ ਬਹੁਤ ਹੋਏ ਜਿਨ੍ਹਾਂ ਨੇ ਅਲੱਗ-ਅਲੱਗ ਪਰਿਭਾਸ਼ਾਵਾਂ ਦਿੱਤੀਆਂ ਹਨ ਜੀ। ਅਗਰ ਮੈਂ ਹਮੇਸ਼ਾ ਹੀ ਬੜੇ ਛੋਟੇ ਗੱਲ ਤੋਂ ਸ਼ੁਰੂ ਕਰਦੀ ਹੁੰਦੀ ਹਾਂ ਕਿ ਜੋ ਸਾਹਿਤ ਹੈ ਜਾਂ ਕਵਿਤਾ ਹੈ ਜਾਂ ਗਜ਼ਲ ਹੈ, ਉਹ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਹੈ। ਜੋ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜੋ ਅਸੀਂ ਅਹਿਸਾਸ ਮਹਿਸੂਸਦੇ ਹਾਂ, ਜੋ ਅਸੀਂ ਕਲਪਨਾ ਕਰਦੇ ਹਾਂ, ਜਿਸ ਤੜਫ ਦੇ ਵਿੱਚੋਂ ਗੁਜ਼ਰਦੇ ਹਾਂ, ਹਨਾ, ਜਿਸ ਖੁਸ਼ੀ ਨੂੰ ਮਾਣਦੇ ਹਾਂ, ਅਸਲ ਵਿੱਚ ਉਹੀ ਸਾਹਿਤ ਹੈ। ਔਰ ਬਸ ਉਸ ਸਾਹਿਤ ਨੂੰ, ਉਹਨਾਂ ਲਫ਼ਜ਼ਾਂ ਨੂੰ ਖੂਬਸੂਰਤ ਤਰੀਕੇ ਨਾਲ ਜਦੋਂ ਲਿਖਿਆ ਜਾਂਦਾ ਹੈ, ਉਹ ਕਵਿਤਾ ਹੋ ਜਾਂਦੀ ਹੈ, ਗਜ਼ਲ ਹੋ ਜਾਂਦੀ ਹੈ, ਰੁਬਾਈ ਬਣ ਜਾਂਦੀ ਹੈ ਜੀ। ਤਾਂ ਮੇਰੇ ਨਜ਼ਰੀਏ ਦੇ ਵਿੱਚ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜੋ ਆਪਣਾ ਰੂਟੀਨ ਹੁੰਦਾ ਹੈ, ਜੋ ਆਪਣੇ ਅਹਿਸਾਸ ਹੁੰਦੇ ਨੇ, ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਹਨ, ਬਸ ਉਹ ਕਵਿਤਾ ਹੈ, ਉਹ ਸਾਹਿਤ ਹੈ ਜੀ। ਤੇ ਤੁਸੀਂ ਜਿਹੜੀ ਹੈ ਗਜ਼ਲ ਦੀ ਚੋਣ ਕੀਤੀ ਹੈ ਨਾ, ਪਹਿਲਾਂ ਤੁਸੀਂ ਕਵਿਤਾਵਾਂ ਵੀ ਬਹੁਤ ਸਾਰੀਆਂ ਲਿਖਦੇ ਸੀ, ਅੱਜ ਕੱਲ ਜਿਹੜਾ ਤੁਹਾਡਾ ਗਜ਼ਲ ਦੇ ਉੱਤੇ ਕਾਫੀ ਤੁਸੀਂ ਗਾਉਂਦੇ ਵੀ ਹੋ ਔਰ ਲਿਖਦੇ ਵੀ ਹੋ, ਹੈ ਨਾ, ਤੇ ਇਹੀ ਕਿਉਂ ਚੁਣਿਆ, ਮਤਲਬ ਕਵਿਤਾ ਤੇ ਗਜ਼ਲ ਹੀ ਕਿਉਂ? ਕਿਉਂਕਿ ਹੋਰ ਵੀ ਬਹੁਤ ਸਾਰੀਆਂ ਵਿਧਾਵਾਂ ਜਿਨ੍ਹਾਂ ਬਾਰੇ ਆਪਾਂ ਗੱਲ ਕਰਨੀ ਹੈ। ਦੇਖੋ, ਮੈਨੂੰ ਲੱਗਦਾ ਹੁੰਦਾ ਹੈ ਕਿ ਕੋਈ ਵੀ ਸਾਹਿਤ ਦੀ ਵਿਧਾ ਹੈ, ਉਹਨੇ ਖੁਦ ਆਪਣਾ ਕਵੀ ਜਾਂ ਆਪਣਾ ਲੇਖਕ ਉਹਨੇ ਖੁਦ ਲੱਭਣਾ ਹੁੰਦਾ ਹੈ। ਉਹ ਆਪਣੇ ਆਪ ਹੀ ਉਹਦੀ ਆਮਦ ਹੁੰਦੀ ਹੈ ਨਾ। ਮੈਨੂੰ ਨਹੀਂ ਲੱਗਦਾ ਕਿ ਆਪਾਂ ਉਹਦੇ ਤੱਕ ਪਹੁੰਚ ਕਰਦੇ ਹਾਂ। ਹੋ ਸਕਦਾ ਮੈਂ ਵਾਰਤਕ ਲਿਖਦੀ ਹੁੰਦੀ, ਜੇ ਮੇਰਾ ਉਧਰ ਹੈ ਨਾ, ਮੇਰੀ ਪਸੰਦੀਦਾ ਉਧਰ ਖਿਆਲ ਉਸ ਤਰ੍ਹਾਂ ਦੇ ਮਿਲਦੇ ਜਾਂ ਕੁਛ ਹੈ, ਗਜ਼ਲ ਨੇ ਮੇਰੇ ਤੱਕ ਪਹੁੰਚ ਕੀਤੀ ਜਾਂ ਕਵਿਤਾ ਨੇ ਮੇਰੇ ਤੱਕ ਪਹੁੰਚ ਕੀਤੀ, ਆਪਾਂ ਨਹੀਂ ਉਹਦੇ ਤੱਕ ਪਹੁੰਚ ਕਰ ਸਕਦੇ। ਔਰ ਉਦੋਂ ਹੀ ਆਪਾਂ ਇੱਕ ਹੰਡੇ ਹੋਏ ਮਜੇ ਖਿਲਾੜੀ ਬਣਦੇ ਆ ਜਦੋਂ ਕਵਿਤਾ ਖੁਦ ਆਪਣੇ ਅੰਦਰ ਗੁਜ਼ਰਦੀ ਹੈ ਨਾ, ਤੇ ਫਿਰ ਆਪਾਂ ਲਿਖ ਸਕਦੇ ਆ। ਅਦਰਵਾਈਜ਼ ਜਦੋਂ ਆਪਾਂ ਲਿਖਦੇ ਰਹਿੰਦੇ ਆ, ਕੋਸ਼ਿਸ਼ ਦੇ ਵਿੱਚ ਰਹਿੰਦੇ ਆ, ਉਹ ਇੱਕ ਚਲੋ ਕਵਿਤਾ ਲਿਖ ਤਾਂ ਸਕਦੇ ਆ, ਬਟ ਉਹ ਪਰਫੈਕਟ ਜੋ ਰਚਨਾ ਹੁੰਦੀ ਹੈ, ਜੋ ਇੱਕ ਚੰਗਾ ਸਾਹਿਤ, ਉਹ ਚੰਗਾ ਸਾਹਿਤ ਨਹੀਂ ਹੁੰਦਾ ਮੇਰੇ ਹਿਸਾਬ ਨਾਲ। ਤੇ ਮਤਲਬ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਜਦੋਂ ਕੋਈ ਕਵਿਤਾ ਲਿਖਦਾ ਹੈ, ਕਿਉਂਕਿ ਤੁਸੀਂ ਕਵਿਤਾਵਾਂ ਵੀ ਲਿਖੀਆਂ, ਗਜ਼ਲਾਂ ਵੀ ਲਿਖ ਰਹੇ ਹੋ, ਕਿੰਨਾ ਕੁ ਫਰਕ ਤੁਸੀਂ ਆਪਣੇ ਆਪ 'ਚ ਮਹਿਸੂਸ ਕਰਦੇ ਹੋ? ਕਿ ਕੋਈ ਖਾਸ ਜਗ੍ਹਾ ਹੁੰਦੀ ਹੈ ਲਿਖਣ ਵਾਸਤੇ, ਜਾਂ ਕਿਸ ਤਰ੍ਹਾਂ ਤੁਹਾਨੂੰ ਸੌਖਾ ਕੀ ਲੱਗਦਾ ਹੈ, ਕਵਿਤਾ ਲਿਖਣਾ ਜਾਂ ਗਜ਼ਲ ਲਿਖਣਾ? ਸਭ ਤੋਂ ਪਹਿਲੀ ਗੱਲ ਤਾਂ ਬੜੀ ਖੂਬਸੂਰਤ ਜੀ ਗੱਲ ਸਾਡੇ ਸਾਹਿਤਕਾਰਾਂ ਦੇ ਵਿੱਚ ਹੁੰਦੀ ਹੈ ਕਿ ਕਵਿਤਾ ਹਰ ਜਗ੍ਹਾ ਤੇ ਹੁੰਦੀ ਹੈ, ਹਰ ਜਗ੍ਹਾ ਤੇ ਕਵਿਤਾ ਵਸੀ ਹੋਈ ਹੁੰਦੀ ਹੈ, ਸਿਰਫ ਇੱਕ ਨਜ਼ਰ ਦੀ ਲੋੜ ਹੁੰਦੀ ਹੈ, ਔਰ ਉਹ ਨਜ਼ਰ ਸਿਰਫ ਕਵੀ ਦੇ ਕੋਲ ਹੁੰਦੀ, ਇੱਕ ਸਾਹਿਤਕਾਰ ਦੇ ਕੋਲ ਹੁੰਦੀ ਹੈ। ਬਾਕੀ ਇਹ ਨਹੀਂ ਕਿ ਆਲਮ ਫਾਜ਼ਲ ਜਾਂ ਪੜ੍ਹੇ ਲਿਖੇ ਇਨਸਾਨ ਹੀ ਸਾਹਿਤ ਨਾਲ ਜੁੜ ਸਕਦੇ ਆ ਜਾਂ ਕਵਿਤਾ ਲਿਖ ਸਕਦੇ। ਕਵਿਤਾ ਕੋਈ ਵੀ ਲਿਖ ਸਕਦਾ, ਬਸ ਉਹਦੇ ਅੰਦਰ ਖਿਆਲ ਹੋਣ, ਉਸ ਦੀ ਕਲਪਨਾ ਬਲਵਾਨ ਹੋਈ। ਉਹ ਮੈਕਸਿਮ ਗੋਰਕੀ ਜੋ ਰੂਸ ਦੇ ਬਹੁਤ ਪ੍ਰਸਿੱਧ ਰਾਈਟਰ ਨੇ, ਉਹਨਾਂ ਦੀ ਇੱਕ ਬੜੀ ਸੋਹਣੀ ਉਹਨਾਂ ਨੇ ਸਾਹਿਤ ਦੀ ਡੈਫੀਨੇਸ਼ਨ ਦਿੱਤੀ ਹੈ, ਕਵਿਤਾ ਦੀ ਡੈਫੀਨੇਸ਼ਨ ਦਿੱਤੀ ਹੈ ਕਿ ਬਲਵਾਨ ਜੋ ਕਲਪਨਾ ਹੈ, ਉਹੀ ਬਲਵਾਨ ਕਵਿਤਾ ਨੂੰ ਜਨਮ ਦਿੰਦੀ ਹੈ। ਵਾਕਈ ਆਪਣੀ ਕਲਪਨਾ, ਆਪਣਾ ਨਜ਼ਰੀਆ ਕਿੰਨਾ ਉਡਾਰੀ ਮਾਰ ਸਕਦਾ ਹੈ ਨਾ, ਕਿੱਥੇ ਤੱਕ ਆਪਣੀ ਸੋਚ ਵਿਸ਼ਾਲ ਹੈ, ਉਨੀ ਅੱਛੀ, ਉਨੀ ਗਹਿਰਾਈ ਦੇ ਵਿੱਚ ਉਤਰ ਕੇ ਆਪਾਂ ਕਵਿਤਾ ਲਿਖ ਸਕਦੇ ਹਾਂ। ਤੇ ਸਾਡੇ ਦਰਸ਼ਕ ਜਿਹੜੇ ਆ ਇੰਤਜ਼ਾਰ ਕਰ ਰਹੇ ਆ ਕਿ ਤੁਹਾਡੀਆਂ ਲਿਖੀਆਂ ਹੋਈਆਂ ਸਤਰਾਂ ਤੁਹਾਡੇ ਮੁਖੋਂ ਸੁਣੀਆਂ ਜਾਣ, ਤੇ ਕੀ ਤੁਸੀਂ ਸਭ ਤੋਂ ਪਹਿਲਾਂ ਸਾਡੀ ਨਜ਼ਰ ਕਰੋਗੇ? ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਹੀ ਅਸਲ ਦੇ ਵਿੱਚ ਸਾਹਿਤ ਹੁੰਦੀ ਹੈ। ਆਪਾਂ ਜਿਸ ਤਰ੍ਹਾਂ ਦਾ ਮਹਿਸੂਸਦੇ ਆ, ਹੈ ਨਾ, ਉਸ ਤਰ੍ਹਾਂ ਦਾ ਲਿਖਦੇ ਆ। ਤਾਂ ਪਿੱਛੇ ਜੇ ਮੇਰੇ ਕਿਸੇ ਅਜ਼ੀਜ਼
ਇਥੋਂ ਦੁਨੀਆ ਤੋਂ ਰੁਖਸਤ ਹੋ ਗਏ ਹਨਾ, ਤਾਂ ਉਹਨਾਂ ਦਿਨਾਂ ਦੇ ਵਿੱਚ ਜੋ ਮੇਰੇ ਕੋਲੋਂ ਲਿਖਿਆ ਗਿਆ ਜਾਂ ਹੁਣ ਆਮਦ ਹੋਈ ਤਾਂ ਉਹ ਕੁਝ ਇਸ ਤਰ੍ਹਾਂ ਸੀ ਕਿ ਮੇਰੇ ਘਰ ਦੇ ਹਨੇਰੇ ਨੂੰ ਚਿਰਾਗਾਂ ਦਾ ਪਤਾ ਦੱਸੋ, ਮੇਰੇ ਘਰ ਦੇ ਹਨੇਰੇ ਨੂੰ ਚਿਰਾਗਾਂ ਦਾ ਪਤਾ ਦੱਸੋ, ਪਰੇ ਜੋ ਬਨ ਜੋ ਬੁਝਿਆ ਏ ਕੋਈ ਉਸ ਦੀ ਖਤਾ ਦੱਸੋ। ਜਾਂ ਇੱਕ ਹੋਰ ਮੈਂ ਕਿਸੇ ਜਗ੍ਹਾ ਤੇ ਇੱਕ ਔਰਤ ਨੇ ਇਸ ਤਰ੍ਹਾਂ ਆਤਮ ਹੱਤਿਆ ਕੀਤੀ ਲਾਈਵ ਹੋ ਕੇ, ਤਾਂ ਉਸ ਮੰਦਭਾਗੀ ਘਟਨਾ ਤੇ ਮੈਂ ਲਿਖਿਆ ਸੀ ਕਿ ਹਾਦਸਿਆਂ ਤੇ ਸਦਮਿਆਂ ਤੇ ਚੁੱਪਾਂ ਧਾਰੀ ਨਗਮਿਆਂ ਤੇ ਹੌਕਾ ਭਰਦੀ ਏ, ਹਾਦਸਿਆਂ ਤੇ ਸਦਮਿਆਂ ਤੇ ਚੁੱਪਾਂ ਧਾਰੀ ਨਗਮਿਆਂ ਤੇ ਹੌਕਾ ਭਰਦੀ ਏ, ਨਦੀ ਵਿਰਲਾਪ ਕਰਦੀ ਏ। ਕੀ ਬਾਤ। ਚਿੜੀਆਂ ਦੀ ਕੁੜੀਆਂ ਦੀ, ਕੁੜੀਆਂ ਦੀ ਚਿੜੀਆਂ ਦੀ, ਹਾਲਾਤਾਂ ਚੋਂ ਭਿੜੀਆਂ ਦੀ, ਕਿਸਮਤ ਤੋਂ ਡਰਦੀ ਏ, ਨਦੀ ਵਿਰਲਾਪ ਕਰਦੀ ਹੈ ਕਿ ਨਦੀ ਵਿਰਲਾਪ ਕਰਦੀ ਹੈ। ਜੀ ਕੀ ਬਾਤ ਹੈ, ਬਹੁਤ ਅੱਛੀ ਤੁਹਾਡੀ ਕਲਮ ਹੈ। ਬਹੁਤ ਸ਼ੁਕਰੀਆ ਜੀ। ਸਾਹਿਤ ਦੀਆਂ ਜਿਵੇਂ ਤੁਸੀਂ ਵਿਧਾਵਾਂ ਦੀ ਗੱਲ ਕੀਤੀ ਹੈ, ਹੋਰ ਕਿਹੜੀਆਂ ਵਿਧਾਵਾਂ ਨੇ ਆਉਣ ਵਾਲੇ ਸਮੇਂ 'ਚ ਤੁਸੀਂ ਜਿਹੜਾ ਚਾਹੁੰਦੇ ਹੋ ਕਿ ਹਾਂ ਕਿ ਇਹ ਵੀ ਮੈਂ ਲਿਖਾਂ? ਵੈਸੇ ਤਾਂ ਮੈਂ ਖੁੱਲੀ ਕਵਿਤਾ ਤੋਂ ਸ਼ੁਰੂਆਤ ਕੀਤੀ ਸੀ। ਮੈਂ ਬਚਪਨ ਦੇ ਵਿੱਚ ਅਕਸਰ ਹੱਸਦੀ ਹੁੰਦੀ ਹਾਂ, ਮੈਂ ਛੋਟੇ ਹੁੰਦੇ ਫਿਲਮਾਂ ਕਹਾਣੀਆਂ ਵੀ ਮੈਂ ਲਿਖਦੀ ਰਹੀ। ਮੈਂ 3rd ਕਲਾਸ ਤੋਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਜਿਸ ਤਰ੍ਹਾਂ ਦਾ ਸਾਹਿਤਿਕ ਜਿਹਾ ਮਾਹੌਲ ਸੀ, ਘਰ ਦੇ ਪਾਪਾ ਸਾਹਿਤ ਨਾਲ ਜੁੜੇ ਸੀ, ਅਸੀਂ ਸਾਰੇ ਭੈਣ ਭਰਾ ਸਾਹਿਤ ਨਾਲ ਜੁੜੇ ਸੀ, ਤਾਂ ਬਹੁਤ ਕੁਝ ਟਰਾਈ ਕਰਦੇ ਰਹੇ। ਬਟ ਉਹੀ ਨਾ ਕਿ ਜੋ ਸਾਹਿਤ ਦੀ ਜਿਹੜੀ ਵਿਧਾ ਹੈ ਉਹਨੇ ਆਪਾਂ ਨੂੰ ਖੁਦ ਚੁਣਨਾ ਹੁੰਦਾ ਹੈ। ਤਾਂ ਗਜ਼ਲ ਨੇ ਮੈਨੂੰ ਚੁਣਿਆ, ਕਵਿਤਾ ਨੇ ਮੈਨੂੰ ਚੁਣਿਆ। ਵੈਸੇ ਰੁਬਾਈ, ਨਾਵਲ, ਨਾਟਕ, ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਹੈ ਸਾਹਿਤ ਦੇ ਜੋ ਰੂਪ ਨੇ। ਆਪਾਂ ਵਿਧਾ ਦੀ ਗੱਲ ਕਰੀਏ, ਢੋਲੇ ਮਾਈਏ ਹੈ ਨਾ, ਖੁੱਲੀ ਕਵਿਤਾ ਤੇ। ਬਟ ਮੈਨੂੰ ਜੋ ਹੁਣ ਜੋ ਇੱਕ ਜੋ ਲਜ਼ਤ ਹੈ ਨਾ, ਉਹ ਗਜ਼ਲ ਦੇ ਵਿੱਚ ਆਉਂਦੀ ਹੈ। ਮੈਨੂੰ ਮਤਲਬ ਗਜ਼ਲ ਪੜ੍ਹਨੀ ਅੱਛੀ ਲੱਗਦੀ ਹੈ, ਗਜ਼ਲ ਸੁਣਨੀ ਹਾਂ ਸਕੂਨ ਮਿਲਦਾ ਹੈ ਜੀ। ਔਰ ਕਾਫੀ ਸਮੇਂ ਤੋਂ ਤੁਸੀਂ ਪੰਜਾਬੀ ਦੇ ਅਧਿਆਪਕਾ ਵੀ ਹੋ, ਔਰ ਬੱਚਿਆਂ ਨੂੰ ਵਾਕਈ ਤੁਸੀਂ ਪ੍ਰੇਰਿਤ ਕਰਦੇ ਹੋਵੋਗੇ ਲਿਖਣ ਨੂੰ? ਜੀ ਬਿਲਕੁਲ। ਤੇ ਕਿਸ ਤਰ੍ਹਾਂ ਬੱਚੇ ਤੁਹਾਡੇ ਕੋਲ ਆਉਂਦੇ ਆ, ਔਰ ਕਦੇ ਇਦਾਂ ਹੁੰਦਾ ਹੈ ਕਿ ਪੁੱਛਦੇ ਆ ਕਿ ਮੈਮ ਮੈਂ ਆਹ ਚੀਜ਼ ਲਿਖੀ ਹੈ, ਦੇਖੋ ਸਹੀ ਹੈ? ਬਿਲਕੁਲ। ਅਸਲ ਵਿੱਚ ਜਦੋਂ ਮੈਂ ਜਿਹੜੇ ਸਕੂਲ ਵਿੱਚ ਵੀ ਜਾਂਦੀ ਹਾਂ, ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਮੈਮ ਸਾਹਿਤ ਨਾਲ ਜੁੜੇ, ਔਰ ਬੱਚਿਆਂ ਅੰਦਰ ਕਿਉਰਿਓਸਿਟੀ ਬਹੁਤ ਹੁੰਦੀ ਹੈ ਚੀਜ਼ਾਂ ਨੂੰ ਲੈ ਕੇ। ਸਪੈਸ਼ਲੀ ਅਗਰ ਮੈਂ ਗੱਲ ਕਰਾਂ ਤਾਂ 6th ਕਲਾਸ ਦੇ ਜੋ ਬੱਚੇ ਹੁੰਦੇ ਆ, ਕਿਉਂਕਿ ਮੈਂ ਸੀਨੀਅਰ ਸੈਕੰਡਰੀ ਸਕੂਲਸ ਦੇ ਮੈਂ B.Ed ਟੀਚਰ ਹਾਂ, ਤਾਂ 6th ਕਲਾਸ ਦੇ ਜੋ ਬੱਚੇ, ਉਹਨਾਂ ਅੰਦਰ ਬਹੁਤ એનર્ਜੀ ਹੈ। ਬਸ ਉਸ એનર્ਜੀ ਨੂੰ ਆਪਾਂ ਕਿਹੜੀ ਦਿਸ਼ਾ ਚ ਲਾਉਣਾ ਹੈ। ਉਹਨਾਂ ਕੋਲੋਂ ਕੋਈ ਵੀ ਆਪਾਂ ਲਿਖਵਾ ਸਕਦੇ ਹਾਂ, ਕੁਝ ਵੀ ਆਰਟੀਕਲ ਆਪਾਂ ਟੌਪਿਕ ਦੇਣਾ ਹੈ। ਬਸ ਸ਼ਰਤ ਇਹ ਹੈ ਕਿ ਉਹਨਾਂ ਨੂੰ ਪੰਜਾਬੀ ਭਾਸ਼ਾ ਦੀ ਮੁਹਾਰਤ ਹਾਸਲ ਹੋਵੇ, ਉਹ ਬਹੁਤ ਜ਼ਰੂਰੀ ਹੈ। ਤਾਂ ਮੈਂ ਉੱਥੇ ਪ੍ਰਾਇਮਰੀ ਅਧਿਆਪਕਾਂ ਨੂੰ ਵੀ ਜ਼ਰੂਰ ਗੁਜ਼ਾਰਿਸ਼ ਕਰਾਂਗੀ ਕਿ ਪ੍ਰਾਇਮਰੀ ਦੇ ਵਿੱਚ ਕਮ ਸੇ ਕਮ ਇਹ 2-3 ਲੈਂਗੁਏਜ ਔਰ ਮੈਥਸ ਦੇ ਜੋ ਬੇਸਿਕ ਚੀਜ਼ਾਂ ਨੇ ਇਹ ਜ਼ਰੂਰ ਹੈ ਨਾ ਬੱਚੇ ਨੂੰ ਸਿਖਾਏ ਜਾਣ, ਤਾਂ ਕਿ ਪਰਪੱਕ ਹੋ ਕੇ 6 ਦੇ ਵਿੱਚ ਆਏ। ਤਾਂ ਬੱਚੇ ਅਕਸਰ ਹੀ ਮੇਰੇ ਕੋਲ ਕੱਚਾ ਜਿਹਨੂੰ ਹੈ ਨਾ, ਕੱਚਾ ਮਸਾਲਾ ਹੁੰਦਾ ਹੈ ਗਜ਼ਲ ਦਾ, ਕਵਿਤਾ ਦਾ, ਪਰ ਉਹਨਾਂ ਦੇ ਵਿੱਚ ਖਿਆਲ ਬਹੁਤ ਸੋਹਣੇ ਹੁੰਦੇ ਆ। ਕਈ ਵਾਰ ਮੇਰੀ ਸੋਚ ਖੁਦ ਹੈਰਾਨ ਰਹਿ ਜਾਂਦੀ ਕਿ ਇੱਕ ਛੋਟੇ ਜਿਹੇ ਬੱਚੇ ਨੇ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ ਹੁੰਦੀਆਂ। ਕੋਈ ਮੰਮਾ ਲਈ ਲਿਖਦਾ ਹੈ, ਕੋਈ ਆਪਣੇ ਪਾਪਾ ਲਈ ਲਿਖਦਾ ਹੈ, ਕੋਈ ਵਾਤਾਵਰਨ ਲਈ ਲਿਖਦਾ, ਪਾਣੀ ਲਈ, ਜਿਸ ਤਰ੍ਹਾਂ ਦਾ ਉਹਨਾਂ ਨੂੰ ਮਾਹੌਲ ਮਿਲਦਾ। ਕੁਝ ਇੱਕ ਬੱਚੇ ਇਹੋ ਜਿਹੇ ਵੀ ਮੈਨੂੰ ਯਾਦ ਨੇ ਜਿਨ੍ਹਾਂ ਨੇ ਆਪਣੀ ਗਰੀਬੀ ਤੇ ਹੈ ਨਾ, ਆਪਣੀ ਤੰਗੀਆਂ ਤਰੁਸ਼ੀਆਂ ਤੇ ਵੀ ਲਿਖਿਆ। ਮਤਲਬ ਜੋ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਆਲੇ ਦੁਆਲੇ ਵਾਪਰਦਾ ਹੈ, ਜੋ ਸਾਡਾ ਮਾਹੌਲ ਹੈ, ਉਹ ਹੀ ਸਾਡਾ ਲਿਖਤ ਰੂਪ ਲੈ ਲੈਂਦਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਦੇਖੋ ਕਹਿੰਦੇ ਆ ਕਿ ਜਿਵੇਂ ਆਪਣਾ ਵਿਸ਼ਾ ਹੀ ਹੈ ਸਾਹਿਤ ਦਾ ਭਾਸ਼ਾ ਨੂੰ ਯੋਗਦਾਨ, ਹੈ ਨਾ, ਜਾਂ ਆਪਾਂ ਕਹਿ ਲਈਏ ਕਿ ਭਾਸ਼ਾ ਨੂੰ ਸਾਹਿਤ ਦਾ ਯੋਗਦਾਨ, ਆਪਸ ਦੇ ਵਿੱਚ ਦੋਵੇਂ ਗਹਿਰਾ ਸੰਬੰਧ ਹੈ ਇਹਨਾਂ ਦਾ। ਤੇ ਜਿਹੜਾ ਵਿਰਸੇ ਨੂੰ ਸੰਭਾਲਣ ਦੇ ਵਿੱਚ ਸਾਹਿਤ ਕੀ ਰੋਲ ਅਦਾ ਕਰ ਰਿਹਾ? ਦੇਖੋ ਸਾਹਿਤ ਦਾ ਹੀ ਬਹੁਤ ਵੱਡਾ ਰੋਲ ਹੈ, ਕਿਉਂਕਿ ਜਿੰਨੀਆਂ ਵੀ ਲਿਖਤਾਂ ਨੇ, ਅਗਰ ਆਪਾਂ ਕਿੱਸਾ ਹੀਰ, ਦਮੋਦਰ ਜਾਂ ਸ਼ਾਹ ਮੁਹੰਮਦ ਜਾਂ ਇਹਨਾਂ ਨੂੰ ਪੜ੍ਹੀਏ ਤਾਂ ਹੀ ਆਪਾਂ ਨੂੰ ਆਪਣੇ ਵਿਰਸੇ ਦਾ ਪਤਾ ਲੱਗਦਾ ਹੈ ਨਾ। ਤਾਂ ਮੈਨੂੰ ਲੱਗਦਾ ਅਗਰ ਸਾਹਿਤ ਨਹੀਂ ਹੁੰਦਾ ਜਾਂ ਇਹ ਲਿਖਤਾਂ ਨਹੀਂ ਹੁੰਦੀਆਂ ਜਾਂ ਇਹ ਰਚਨਾਵਾਂ ਨਹੀਂ ਹੁੰਦੀਆਂ, ਸਾਨੂੰ ਅਸੀਂ ਵਿਰਸੇ ਨੂੰ ਸੰਭਾਲ ਨਹੀਂ ਸਕਦੇ। ਅਸੀਂ ਜਾਣ ਨਹੀਂ ਪਾਉਂਦੇ ਕਿ ਅਸੀਂ ਇੰਨੇ ਕੁ ਅਮੀਰ ਵਿਰਾਸਤ ਦੇ, ਇੰਨੇ ਕੁ ਅਮੀਰ ਵਿਰਸੇ ਨਾਲ ਜੁੜੇ ਹੋਏ ਹਾਂ। ਤਾਂ ਸਾਹਿਤ ਦੇ ਨਾਲ ਹੀ ਭਾਸ਼ਾ ਗਰੋ ਕਰਦੀ ਹੈ, ਭਾਸ਼ਾ ਦੇ ਅੰਦਰ ਨਿਖਾਰ ਆਉਂਦਾ ਹੈ, ਔਰ ਭਾਸ਼ਾ ਦੇ ਨਾਲ ਹੀ ਸਾਹਿਤ ਦੇ ਅੰਦਰ ਨਿਖਾਰ ਆਉਂਦਾ ਹੈ। ਬਸ ਇਹ ਹੈ ਕਿ ਸਮੇਂ ਦੇ ਨਾਲ ਤਬਦੀਲੀਆਂ ਆਉਂਦੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਦਾ ਸਮਾਂ, ਸਮਕਾਲੀ ਹਾਲਾਤ ਬਹੁਤ ਇਹਦੇ ਵਿੱਚ ਮਾਇਨੇ ਰੱਖਦੇ ਨੇ। ਜਿਸ ਤਰ੍ਹਾਂ ਦੇ ਹਾਲਾਤ ਹੋਣਗੇ, ਜਿਸ ਤਰ੍ਹਾਂ ਆਪਾਂ ਪਿੱਛੇ ਅੰਦੋਲਨ ਵੀ ਚੱਲਿਆ ਜਾਂ ਹੋਰ ਉਸ ਤੋਂ ਪਿੱਛੇ ਦੀਆਂ ਆਜ਼ਾਦੀ ਦਾ, ਆਪਾਂ ਸੁਤੰਤਰਤਾ ਦੀਆਂ ਗੱਲਾਂ ਕਰੀਏ ਤਾਂ ਹੈ ਨਾ, ਜਿਸ ਤਰ੍ਹਾਂ ਦੇ ਸਮਕਾਲੀ ਹਾਲਾਤ ਸਨ ਉਸ ਤਰ੍ਹਾਂ ਦਾ ਸਾਹਿਤ ਸਿਰਜਿਆ ਗਿਆ ਹੈ ਨਾ। ਔਰ ਰਹੀ ਗੱਲ ਭਾਸ਼ਾ ਦੀ, ਤਾਂ ਸਾਹਿਤ ਨੇ
ਭਾਸ਼ਾ ਨੂੰ ਬਹੁਤ ਸੰਭਾਲ ਰੱਖਿਆ ਜੀ। ਜਦੋਂ ਸੋਹਣੇ ਸੋਹਣੇ ਸ਼ਬਦਾਂ ਨੂੰ ਆਪਾਂ ਹੈ ਨਾ ਇੱਕ ਕਵਿਤਾ ਦੇ ਵਿੱਚ ਗਜ਼ਲਾਂ ਦੇ ਵਿੱਚ ਕੈਦ ਕਰਕੇ ਰੱਖ ਲੈਂਦੇ ਆ ਤਾਂ ਉਹ ਭਾਸ਼ਾ ਉਹ ਸੰਭੀ ਜਾਂਦੀ, ਉਹਦੀ ਸੰਭਾਲ ਹੋ ਜਾਂਦੀ ਹੈ। ਇਹ ਬਿਲਕੁਲ। ਬਹੁਤ ਜ਼ਰੂਰੀ ਹੈ ਇੱਕ ਕਵੀ ਵਾਸਤੇ, ਇੱਕ ਸਾਹਿਤਕਾਰ ਵਾਸਤੇ ਬਹੁਤ ਜ਼ਰੂਰੀ ਹੈ ਕਿ ਆਪਣੇ ਜੋ ਵਿਰਸੇ ਦੇ ਸ਼ਬਦ ਨੇ ਜਾਂ ਜੋ ਬਹੁਤ ਸੋਹਣੀਆਂ ਗੱਲਾਂ ਨੇ, ਆਪਣੇ ਪੰਜਾਬੀਅਤ ਦੀਆਂ ਗੱਲਾਂ, ਪੰਜਾਬੀ ਦੀਆਂ ਗੱਲਾਂ, ਉਹਨਾਂ ਨੂੰ ਸੰਭਾਲ ਕੇ ਰੱਖਣ ਲਈ ਕੁਝ ਇਸ ਤਰ੍ਹਾਂ ਦੀ ਆਪਾਂ ਲਿਖਤਾਂ ਲਿਖੀਏ, ਰਚਨਾਵਾਂ ਰਚੀਏ ਤਾਂ ਕਿ ਆਉਣ ਵਾਲੀ ਜੋ ਜਨਰੇਸ਼ਨ ਹੈ ਜੋ ਸਾਹਿਤ ਤੋਂ ਥੋੜੀ ਟੁੱਟ ਰਹੀ ਹੈ ਜੀ। ਉਹ ਇਸ ਨਾਲ ਫਿਰ ਤੋਂ ਜੁੜਨੀ ਫਿਰ ਸ਼ੁਰੂ ਤੋਂ ਹੋ ਜੁੜ ਜਾਏ। ਸਕੇ। ਜੀ। ਕੀ ਕੋਈ ਤੁਹਾਡਾ ਸਕੂਲ ਜਾਂ ਤੁਸੀਂ ਵਿਅਕਤੀਗਤ ਤੌਰ ਤੇ ਕੋਈ ਉਪਰਾਲਾ ਕਰ ਰਹੇ ਹੋ ਵਿਰਸੇ ਲਈ? ਜੀ, ਮੈਂ ਸਭ ਤੋਂ ਪਹਿਲਾਂ ਤਾਂ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਹਾਲੀਆ ट्रांसफर होके आई हाँ लमोचड़ कला सरकारी सीनियर सैकेंडरी स्कूल लमोचड़ कला जिला फाजिलका दे विच तकरीबन 2 ਕੁ ਮਹੀਨੇ ਹੀ ਹੋਏ ਇੱਥੇ ਮੈਨੂੰ ਜੁਆਇਨ ਕੀਤੇ ਨੂੰ ਤੇ ਇਹਨਾਂ ਦੇ ਪ੍ਰਿੰਸੀਪਲ ਸ਼੍ਰੀ ਰਜਿੰਦਰ ਕੁਮਾਰ ਵਿਖੋਨਾ ਖੁਦ ਸਟੇਟ ਅਵਾਰਡੀ ਨੇ, ਨੈਸ਼ਨਲ ਅਵਾਰਡੀ ਨੇ ਜੀ। ਉਹਨਾਂ ਦਾ ਵੀ ਮੈਨੂੰ ਬਹੁਤ ਸਾਥ ਹੈ। ਇੱਕ ਸਾਥ ਦੀ ਬਹੁਤ, ਇੱਕ ਮਾਹੌਲ ਦੀ ਬਹੁਤ ਜ਼ਰੂਰਤ ਹੁੰਦੀ ਹੈ। ਤਾਂ ਮੈਂ ਸਾਰੇ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੀ ਕਿ ਮੈਂ ਇੱਕ ਵਿਰਾਸਤੀ ਭਵਨ ਤਿਆਰ ਕਰ ਰਹੀ ਹਾਂ। ਮੈਂ ਉਸ ਪ੍ਰੋਜੈਕਟ ਤੇ ਕੰਮ ਕਰ ਰਹੀ ਹਾਂ। ਉਹਦੇ ਵਿੱਚ ਵਿਰਾਸਤ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਸੰਭਾਲੀਆਂ ਜਾਣਗੀਆਂ, ਹਨਾ, ਕਿਤਾਬਾਂ ਸੰਭਾਲੀਆਂ ਜਾਣਗੀਆਂ, ਬਹੁਤ ਕੁਝ ਤੁਹਾਨੂੰ ਵੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ। ਔਰ ਪ੍ਰਮਾਤਮਾ ਦੀ ਮਿਹਰ ਰਹੀ ਤਾਂ ਆਪਾਂ ਇਹਦੇ ਵਿੱਚ ਕਾਮਯਾਬ ਵੀ ਹਾਂ ਜੀ। ਬਹੁਤ ਵਧੀਆ ਉਪਰਾਲਾ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਦੇ ਵਿੱਚ ਦੁਗਣੀ ਰਾਤ ਚੁਗਣੀ ਤਰੱਕੀ ਕਰੋ ਜੀ। ਤੇ ਹੁਣ ਸਮਾਂ ਹੋ ਗਿਆ ਇੱਕ ਹੋਰ ਨਜ਼ਮ ਜਿਹੜੀ ਹੈ ਸਾਡੇ ਸਨਮੁਖ ਰੱਖੋ। ਕਹਿੰਦੇ ਕਿ ਕਈ ਮਸਲੇ ਜ਼ਮਾਨੇ ਦੇ ਨਾ ਹੁੰਦੇ ਹੱਲ, ਗਿਲਾ ਕਾਦਾ। ਕੀ ਬਾਤ। ਕਈ ਮਸਲੇ ਜ਼ਮਾਨੇ ਦੇ ਨਾ ਹੁੰਦੇ ਹੱਲ, ਗਿਲਾ ਕਾਦਾ, ਖੜੀ ਸਾਵੇਂ ਨਵੀਂ ਮੰਜ਼ਿਲ ਟੁੱਟ ਕੇ ਚੱਲ, ਗਿਲਾ ਕਾਦਾ। ਵਾਹ। ਕਿ ਉਤਾਰੇਗਾ ਕਦੇ ਕੋਈ ਤਾਂ ਰੂਹਾਂ ਦੇ ਸਮੁੰਦਰ ਵਿੱਚ, ਉਤਾਰੇਗਾ ਕਦੇ ਕੋਈ ਤਾਂ ਰੂਹਾਂ ਦੇ ਸਮੁੰਦਰ ਵਿੱਚ, ਗੁਜ਼ਰਿਆ ਜੇ ਕੋਈ ਕੋਲੋਂ ਦੀ ਬਣ ਕੇ ਛਲ, ਗਿਲਾ ਕਾਦਾ। ਕੀ ਬਾਤ। ਕਿ ਹਵਾਦਾਰੀ ਪਈ ਭਾਰੀ ਮੇਰੇ ਤੇ ਸ਼ਹਿਰ ਤੇਰੇ ਦੀ, ਹਵਾਦਾਰੀ ਪਈ ਭਾਰੀ ਮੇਰੇ ਤੇ ਸ਼ਹਿਰ ਤੇਰੇ ਦੀ, ਕਦੇ ਤਾਂ ਰਾਸ ਆਏਗੀ ਬਣੇਗੀ ਗੱਲ, ਗਿਲਾ ਕਾਦਾ। ਵਜ੍ਹਾ ਹਰ ਵਾਰ ਨਾ ਹੁੰਦੀ ਕਿਸੇ ਤੋਂ ਖਾਸ ਵਿਛੜਨ ਦੀ, ਵਜ੍ਹਾ ਹਰ ਵਾਰ ਨਾ ਹੁੰਦੀ ਕਿਸੇ ਤੋਂ ਖਾਸ ਵਿਛੜਨ ਦੀ, ਨਦੀ ਦਾ ਵੇਗ ਸੀ ਤਿੱਖਾ ਪਈ ਨਾ ਠਲ, ਗਿਲਾ ਕਾਦਾ। ਲਾਸਟ ਦੇ ਵਿੱਚ ਕਿ ਜ਼ਮਾਨੇ ਦਾ ਚਲਨ ਵੇਖੋ ਇਸ਼ਕ ਨੂੰ ਖੇਡ ਮਨ ਖੇਡੇ, ਜ਼ਮਾਨੇ ਦਾ ਚਲਨ ਵੇਖੋ ਇਸ਼ਕ ਨੂੰ ਖੇਡ ਮਨ ਖੇਡੇ, ਤੇ ਜਿਉ ਵੀ ਜ਼ਮਾਨੇ ਚੋਂ ਗਿਆ ਏ ਰਲ, ਗਿਲਾ ਕਾਦਾ। ਕੀ ਬਾਤ ਹੈ। ਬਹੁਤ ਬਹੁਤ ਵਾਹ ਜੀ ਵਾਹ। ਮਤਲਬ ਕਹਿ ਸਕਦੇ ਆ ਇਸ਼ਕ ਮੁਹੱਬਤ ਜਿਹੜੀ ਹੈ ਤੁਹਾਡੀਆਂ ਕਵਿਤਾਵਾਂ ਦੇ ਵਿੱਚ ਔਰ ਗਜ਼ਲਾਂ ਦੇ ਵਿੱਚ ਬਿਲਕੁਲ ਨਜ਼ਰ ਆਉਂਦੀ ਹੈ। ਬਿਲਕੁਲ ਇਸ ਵਿਸ਼ੇ ਤੋਂ ਮੈਂ ਪਾਸੇ ਜਾ ਹੀ ਨਹੀਂ ਸਕਦੀ। ਮੈਂ ਕੁਦਰਤ ਦੀ ਵੀ ਗੱਲ ਕਰਾਂਗੀ ਤਾਂ ਉਹਦੇ ਵਿੱਚ ਵੀ ਮੁਹੱਬਤ ਆ ਜਾਂਦੀ ਹੈ, ਕਿਉਂਕਿ ਜ਼ਰਰੇ ਜ਼ਰਰੇ ਦੇ ਵਿੱਚ ਜੋ ਕਾਇਨਾਤ ਦਾ ਜ਼ਰਰਾ ਜ਼ਰਰਾ ਮੁਹੱਬਤ ਨਾਲ, ਸਾਂਝਾ ਨਾਲ, ਮੋਹ ਪਿਆਰ ਨਾਲ ਹੀ ਤਾਂ ਬੰਨਿਆ ਹੋਇਆ ਹੈ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਆਪਾਂ ਜੇ ਗੱਲ ਕਰੀਏ ਅੱਜ ਜਿਵੇਂ ਤੁਸੀਂ ਵੀ ਇੱਕ ਔਰਤ ਹੋ, ਹੈ ਨਾ, ਘਰ ਵੀ ਚਲਾ ਰਹੇ ਹੋ, ਇੱਕ ਅਧਿਆਪਕਾ ਦੇ ਰੂਪ ਤੇ ਵੀ ਤੁਸੀਂ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹੋ ਔਰ ਲਿਖਦੇ ਵੀ ਹੋ ਔਰ ਨਾਲ ਦੀ ਨਾਲ ਮੰਚ ਸੰਚਾਲਨ ਵੀ ਕਰਦੇ ਹੋ ਵੀ। ਤੁਸੀਂ ਜਿਵੇਂ ਦੱਸਿਆ ਕਿ ਵਿਦੇਸ਼ਾਂ ਵਿੱਚ ਵੀ ਤੁਹਾਨੂੰ ਜਾਣ ਦਾ ਹੁਣ ਮੌਕਾ ਮਿਲੇਗਾ ਆਉਣ ਵਾਲੇ ਸਮੇਂ 'ਚ, ਔਰ ਇੱਥੇ ਵੀ ਭਾਰਤ ਦੇ ਵਿੱਚ ਵੀ ਤੁਸੀਂ ਕਈ ਜਗ੍ਹਾ ਤੇ ਮੰਚ ਸੰਚਾਲਨ ਸੰਭਾਲਦੇ ਹੋ। ਇੰਨਾ ਕੁਝ ਹੋਣ ਦੇ ਬਾਵਜੂਦ ਆਪਾਂ ਜੇ ਕਹੀਏ ਕਿ ਅੱਜ ਵੀ ਹੈ, ਅੱਜ ਸਮਾਜ ਦੇ ਵਿੱਚ ਔਰਤਾਂ ਜਿਹੜੀਆਂ ਕਈ ਔਰਤਾਂ ਦੀ ਗੱਲ ਆਪਾਂ ਕਰਦੇ, ਮਰਦਾਂ ਦੇ ਬਰਾਬਰ ਨਹੀਂ ਹੈ। ਬਿਲਕੁਲ। ਕੀ ਕਹਿਣਾ ਚਾਹੋਗੇ? ਨਹੀਂ ਬਿਲਕੁਲ, ਖਾਸ ਕਰਕੇ ਇਹਦੇ ਸਾਹਿਤ ਦੀ ਜੇ ਗੱਲ ਕਰਾਂ ਜੀ, ਬਿਲਕੁਲ ਮੈਂ ਵੀ ਇਹਦੇ ਤੋਂ ਮੁਨਕਰ ਨਹੀਂ ਆ। ਉਹਦੀ ਵਜ੍ਹਾ ਅਗਰ ਮੈਂ ਮੇਰੇ ਵਿਚਾਰ ਰੱਖਾਂ ਤਾਂ ਜੋ ਔਰਤ ਹੈ ਉਹਨੂੰ ਆਜ਼ਾਦ ਜ਼ਰੂਰ ਹੋਈ ਹੈ ਨਾ, ਬਟ ਹਾਲੇ ਵੀ ਉਹਨੂੰ ਉਸ ਤਰ੍ਹਾਂ ਦੀ ਖੁੱਲ, ਦੇਖੋ ਮੈਂ ਪਹਿਲੇ ਵੀ ਗੱਲ ਕਰ ਚੁੱਕੀ ਹਾਂ ਕਿ ਜੋ ਸਾਡਾ ਸਾਹਿਤ ਹੈ ਜਾਂ ਕਵਿਤਾ ਹੈ ਜਾਂ ਗਜ਼ਲ ਹੈ ਸਾਡੇ ਰੋਜ਼ਮर्रा ਦੀ ਜ਼ਿੰਦਗੀ ਦੇ ਨਾਲ ਵਾਬਸਤਾ ਹੈ। ਜਦੋਂ ਇੱਕ ਔਰਤ ਘਰ ਦੇ ਚਾਰ ਦੀਵਾਰੀ ਦੇ ਵਿੱਚ ਹੈ ਨਾ, ਜਾਂ ਉਹ ਜੌਬ ਵੀ ਕਰਦੀ ਹੈ, ਕੁਝ ਕੀ ਉਹਦਾ है ना सफर हुंदा है, उस दरम्यान जिन्ने को ने एहसास ले ले, जिन्ने को उदे तजर्बे होए उन्ना को लिख दी है। जो मर्द जात है, मर्द कौम है, इन्होंने हर थां ते जाना, हर तरह के लोगों के विच विचरदे है, इन्हां दा नज़रिया बहुत विशाल है ना। मैं एक औरत होने के बावजूद भी मैं इस गल तो कदे भी मुनकर नहीं हुई कि मर्द की सोच तक हाली साहित्य दे विच तक हाली औरत नूं पहुंचण लई समा लगेगा, बट ये नहीं है कि औरत कदे पहुंचेगी नहीं। बहुत सोहना काम कर रही हैं औरतां, बहुत खूबसूरत गज़लां लिख रही ने, मैं सारियां नहीं कहांगी बट काफ़ी ने जो बहुत सोहना काम कर रही हैं, साहित्य ते काम कर रही हैं, गज़लां कवितावां लिख रही हैं। तो आने वाले समय दे विच क्योंकि देखो जदों आपां जॉब लई कंमां कारां लई बाहर जाने आ, उस तरह दे तजर्बे हुंदे है ना, तो औरत दा भी नज़रिया विशाल हो रहा है। जी बिल्कुल।
ਬਿਲਕੁਲ। ਔਰ ਜੇ ਤੁਹਾਡੇ ਵਰਗੇ ਜਿਹੜੇ ਕਹਿ ਲਓ ਕਿ ਪ੍ਰੇਰਨਾ ਦੇਣ ਵਾਲੇ ਸਾਡੇ ਸਕਰੀਨ ਤੇ ਆਉਂਦੇ ਰਹਿਣਗੇ, ਦੂਰਦਰਸ਼ਨ ਆਉਂਦੇ ਰਹਿਣਗੇ, ਤੇ ਬਹੁਤ ਸਾਰੀਆਂ ਜਿਹੜੀਆਂ ਘਰ ਬੈਠੀਆਂ ਔਰਤਾਂ ਨੇ ਉਹਨਾਂ ਨੂੰ ਵੀ ਪ੍ਰੇਰਣਾ ਮਿਲੇਗੀ ਤੁਹਾਡੇ ਤੋਂ, ਤੁਹਾਡੇ ਵਰਗੇ ਬਣਨ ਦੀ। ਔਰ ਇਹ ਦੇਖੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ। ਸੋਸ਼ਲ ਮੀਡੀਆ ਨੇ ਕਹਿ ਲਓ ਕਿ ਸਭ ਕੁਝ ਖਤਮ ਕਰ ਦਿੱਤਾ। ਅੱਜ ਸਾਡੇ ਹੱਥ ਦੇ ਵਿੱਚ ਫੋਨ ਹੈ, ਹੋਰ ਕੁਝ ਨਹੀਂ ਹੈ। ਇੱਥੇ ਮੈਂ ਗੱਲ ਕਿਤਾਬਾਂ ਦੀ ਵੀ ਕਰਾਂਗੀ, ਬਾਅਦ ਵਿੱਚ ਵੀ ਕਿਤਾਬਾਂ ਵੀ ਛੁੱਟਦੀਆਂ ਜਾ ਰਹੀਆਂ, ਪਰ ਇੱਥੇ ਆਪਾਂ ਗੱਲ ਕਰਦੇ ਹਾਂ ਔਰਤਾਂ ਦੀ, ਕਿ ਔਰਤਾਂ ਨੂੰ ਸੋਸ਼ਲ ਮੀਡੀਆ ਕਿੰਨਾ ਕੁ ਸਹਾਈ ਇਸ ਚੀਜ਼ ਦੇ ਵਿੱਚ ਵੀ ਉਹ ਜਦੋਂ ਕੁਝ ਲਿਖਦੀਆਂ ਹੈ ਜਾਂ ਫਿਰ ਕੁਝ ਗਾਉਂਦੀਆਂ, ਉਹ ਸੋਸ਼ਲ ਮੀਡੀਆ ਦੇ ਨਾਲ ਜੁੜ ਕੇ ਅੱਗੇ ਤੱਕ ਪਹੁੰਚਾਉਂਦੀਆਂ, ਕਿੰਨਾ ਕੁ ਸਹਾਈ ਹੈ ਅੱਜ ਦੇ ਸਮੇਂ ਦੇ ਵਿੱਚ? देखो जो बदलाव है वो कुदरत का नियम है ना। और ये पॉजिटिव बदलाव भी मैं कह सकती हूँ इनू जो सोशल मीडिया आया है। देखो अगर मैं मान लो मैं बहुत समय तो लिखती हूँ, मैं तुहानू दस्सिया कि मैं 3rd क्लास तो है ना लिख रही हाँ। अलग अलग बदलाव आउंदे ने मेरी कविता दे। पहले कच्ची कविता सी जां हुण मैं गज़ल लिख रही हाँ, जां है ना लोकां दा प्यार मिलदा, वो प्यार किस तरह मेरे तक पहुंचदा है अगर मैं सोशल मीडिया तक पहुंच नहीं करती। देखो कि जो दिखता है वही बिकता है ना। ये बहुत वड्डी सच्चाई है। अगर आपां सोशल मीडिया ते आवांगे, लोग आपां नूं देखणगे है ना, लोग आपां नूं प्यारनगे, फिर ही लोग अपने तक पहुंच करनगे। अगर आपां प्रोफैशनल होण दी गल करिए तो पहला आपां नूं लोकां तक पहुंच करनी पैनी है ना। तो सोशल मीडिया बड़ा पॉजिटिव रोल अदा कर रहा है, स्पैशली औरतां लई। मैं इत्थे क्योंकि चलो हर औरत दे नूं घरों भी आज़ादी नहीं हुंदी मंच ते जाण दी जां अलग अलग कवि दरबारां ते जाण दी है ना। चलो अगर वो सोशल मीडिया ते लिख रही है, हो सकदा उन्हां दे विचों कोई अजीत कौर, दलीप कौर टवाणा जां है ना अमृता प्रीतम वर्गियां कौन सामने आ जाए कोई पता है ना। तो सोशल मीडिया दा कम से कम मेरी लाइफ दे विच बहुत वड्डा योगदान है। अगर मैं अज इत्थे जलंधर दूरदर्शन ते बैठी हाँ तब मैं बकायदा सोशल मीडिया दी राही ही मेरे तक पहुंच कीती है है ना। तब मैं वाकई सोशल मीडिया दा भी धन्नवाद जो साइट्स ने इन्हां दा धन्नवाद जरूर करना चाहांगी जी। ते हुण तुसी अगली जिहड़ी है सानू कविता सुनाओगे या गज़ल सुनाओगे, क्योंकि बहुत खूबसूरत तुसी लिखदे हो और साडा दिल करदा है कि सुनी जाइए। बहुत शुक्रिया। जिवें अपना विषय भी है कि साहित्य अते भाषा एक दूसरे नूं किवें संभाल रहे ने, तां कुछ तुसी लफ्ज़ इहदे विच नोट करोगे, क्योंकि ਜਦੋਂ ਆਪਾਂ ਪਿੰਡਾਂ ਤੋਂ ਹੁੰਨੇ ਆ ਤਾਂ ਬਹੁਤ ਸੋਹਣੇ ਆਪਣੇ ਕੋਲ ਬੜੇ ਅੱਛੇ ਅੱਛੇ ਸ਼ਬਦ ਹੁੰਦੇ ਆ ਨਾ। ਕਹਿੰਦੇ ਕਿ ਕਿਸੇ ਜ਼ਰਖੇਜ਼ ਮਿੱਟੀ ਚੋਂ, ਕਿਸੇ ਜ਼ਰਖੇਜ਼ ਮਿੱਟੀ ਤੇ ਵਫਾ ਦੇ ਬੀਜ ਬੀਜਾਂਗੇ। ਵਾਹ। ਕਿਸੇ ਜ਼ਰਖੇਜ਼ ਮਿੱਟੀ ਤੇ ਵਫਾ ਦੇ ਬੀਜ ਝਾੜਾਂਗੇ। ਬਹੁਤ ਅੱਛਾ। ਕਿਸੇ ਬਲਦੀ ਚਿਖਾ ਦੇ ਵਿੱਚ ਵਿਛੋੜੇ ਹਿਜ਼ਰ ਸਾੜਾਂਗੇ। ਵਾਹ। ਰਹੇ ਹਰਿਆ ਕਿਆਮਤ ਤੱਕ ਬਣੇ ਇਸ ਬੂਰ ਤੋਂ ਜੋ ਵੀ, ਰਹੇ ਹਰਿਆ ਕਿਆਮਤ ਤੱਕ बने इस बूर तो जो भी, कर बख्शिश तू रिज़कां ते हशर तक रिड़कां काढ़ांगे। वाह वाह। कि तू बस नाल टुरदा रहे ते वेखी ना जमाने नूं, कि तू बस नाल टुरदा रहे ते वेखी ना जमाने नूं, नसीबां दे लिखे वर्के जमाने सामे पाड़ांगे। क्या बात है। जमाने सामे पाड़ांगे, तेरी बुक्कल चो ठारांगे पखे होए ख्यालां नूं, ते जिन्ने इश्क दे दावे उन्हां नूं होर राड़ांगे। अखीर दे विच देखना कि जमाने भर चों, शेर बड़ा काबिले गौर है कि जमाने भर चों नफरत दे जो उड़दे सिर फिरे पंछी, जमाने भर चों नफरत दे जो उड़दे सिर फिरे पंछी, मैं अक्सर सोचदी रहिंदी किस पिंजरे चो ताड़ांगे। वाह जी वाह। मैं अक्सर सोचदी रहिंदी कि किस पिंजरे चो ताड़ांगे, सजाए खाब किते कौल ते लाए तेरे लारे, ये किथे जाणगे जद याद दा जंगल उजाड़ांगे। क्या बात है। और अखीर दे विच कि सिवाए इश्क दे मीना सदीवी होर की हुंदा है, सिवाए इश्क दे मीना सदीवी होर की हुंदा है, नवां ए सोच दा सूरज इसे अंबर ते चाड़ांगे। नवां ए सोच दा सूरज इसे अंबर ते चाड़ांगे। क्या बात है। बहुत अच्छी, बहुत वधिया। देखो ਆਪਾਂ ਤੁਸੀਂ ਗੱਲ ਕੀਤੀ ਥੋੜੀ ਜੀ ਛੂਈ ਹੈ ਕਿ ਅੱਜ ਦਾ ਸਮਾਂ ਇਹੋ ਜਿਹਾ ਹੈ ਕਿ ਜੇਕਰ ਅਸੀਂ ਕਿਸੇ ਕਿੱਤੇ ਦੇ ਵਿੱਚ ਵਪਾਰਕ ਨਹੀਂ ਆ, ਪ੍ਰੋਫੈਸ਼ਨਲ ਨਹੀਂ ਆ, ਤੇ ਸਾਨੂੰ ਕੋਈ ਪੁੱਛਦਾ ਨਹੀਂ। ਬਿਲਕੁਲ ਬਿਲਕੁਲ ਸੱਚ। ਸਾਹਿਤਕਾਰ ਨੂੰ ਅੱਜ ਦੇ ਸਮੇਂ ਦੇ ਵਿੱਚ ਪ੍ਰੋਫੈਸ਼ਨਲ ਹੋਣਾ ਯਾਨੀ ਕਿ ਵਪਾਰਕ ਹੋਣਾ ਕਿੰਨਾ ਕੁ ਜ਼ਰੂਰੀ ਹੈ? ਜ਼ਰੂਰੀ ਹੋ ਜਾਂਦਾ ਹੈ ਸਮੇਂ ਨੂੰ। ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕੀ ਹਾਂ ਕਿ ਜੋ ਬਦਲਾਵ ਹੈ ਬੜਾ ਵੱਡਾ ਨਿਯਮ ਹੈ ਕੁਦਰਤ ਦਾ, ਹੈ ਨਾ। ਬਦਲਾਵ ਦੇ ਨਾਲ ਨਾਲ ਪਹਿਲਾਂ ਜੋ ਸਾਹਿਤਕਾਰ ਸੀ ਕਿਤਾਬਾਂ ਰਾਹੀਂ ਪਹੁੰਚ ਕਰਦੇ ਸੀ ਜੀ।
है ना, ਮੈਨੂੰ ਲੱਗਦਾ ਗੀਤ, ਕਿਸੇ ਕਹਾਣੀਆਂ, ਹਰ ਇੱਕ ਚੀਜ਼ ਜੋ ਸੰਗੀਤ ਹੈ ਨਾ, ਇਹ ਸਾਹਿਤ ਦੇ ਵਿੱਚ ਆਪਾਂ ਇਹਨੂੰ ਲੈਂਦੇ ਆ। ਠੀਕ ਹੈ, ਔਰ ਜਦੋਂ ਤੱਕ ਸੰਗੀਤ ਨੂੰ ਆਪਾਂ ਪਲੇਟਫਾਰਮ ਨਹੀਂ ਦਿਆਂਗੇ, ਪ੍ਰੋਫੈਸ਼ਨਲ ਨਹੀਂ ਹੋਏਗਾ, ਵਪਾਰਕ ਨਹੀਂ ਹੋਏਗਾ, ਤਾਂ ਲੋਕਾਂ ਤੱਕ ਪਹੁੰਚ ਨਹੀਂ ਹੋਏਗੀ, ਹੈ ਨਾ। ਔਰ ਜਦੋਂ ਤੱਕ ਲੋਕਾਂ ਤੱਕ ਪਹੁੰਚ ਨਹੀਂ ਹੋਏਗੀ ਤਾਂ ਸਾਹਿਤਕਾਰ ਵੀ ਦੇਖੋ, ਸਾਹਿਤਕਾਰ ਨੂੰ ਵੀ ਤਾਂ ਘਰ ਬਸੇਰਾ ਗੁਜ਼ਰ ਕਰਨ ਲਈ, ਹੈ ਨਾ, ਟੂ ਬੀ ਵੈਰੀ ਫਰੈਂਕ, ਹੈ ਨਾ, ਕੁਛ ਨਾ ਕੁਛ, ਚਲੋ ਹਰ ਕੋਈ ਘਰੋਂ ਸਰਦਾ ਪੁੱਜਦਾ ਨਹੀਂ ਹੁੰਦਾ, ਹੈ ਨਾ, ਤਾਂ ਉਹਦੇ ਲਈ ਵਪਾਰਕ ਹੋਣਾ ਬੜਾ ਜ਼ਰੂਰੀ ਹੈ, ਬਣਨਾ ਪੈਂਦਾ, ਸਮੇਂ ਦੀ ਜ਼ਰੂਰਤ ਹੈ ਜੀ। ਤੇ ਹੌਲੀ ਹੌਲੀ ਮੈਨੂੰ ਲੱਗਦਾ ਹੈ ਕਿ ਬਦਲਾਵ ਆ ਬਿਲਕੁਲ ਜੀ। ਅੱਜ ਦੇ ਸਮੇਂ ਦੀ ਕਿ ਹਰ ਕਿਸੇ ਦੇ ਹੱਥ ਵਿੱਚ, ਆਪਾਂ ਜਿੱਦਾਂ ਗੱਲ ਕੀਤੀ ਕਿ ਅੱਜ ਫੋਨ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਕੋਈ ਸਮਾਂ ਸੀ ਜਦੋਂ ਅਸੀਂ ਲਾਇਬ੍ਰੇਰੀਜ਼ ਦੇ ਵਿੱਚ ਜਾ ਕੇ ਕਿਤਾਬਾਂ ਪੜ੍ਹਦੇ ਹੁੰਦੇ ਸੀ, ਪਰ ਅੱਜ ਪੂਰੀ ਦੀ ਪੂਰੀ ਲਾਇਬ੍ਰੇਰੀ ਜਿਹੜੀ ਸਾਡੀ ਮੁੱਠੀ ਦੇ ਵਿੱਚ ਹੈ, ਉਹ ਜਿਹੜਾ ਕਿਤਾਬਾਂ ਨੇ ਰੂਪ ਜਿਹੜਾ ਲੈ ਲਿਆ, ਫੋਨ ਦਾ ਲੈ ਲਿਆ, ਹੈ ਨਾ। ਤੇ ਕੀ ਕਹਿਣਾ ਚਾਹੋਗੇ, ਕਿਤਾਬਾਂ ਜਿਹੜੀਆਂ ਨੌਜਵਾਨ ਪੀੜ੍ਹੀ ਤੋਂ ਦੂਰ ਹੁੰਦੀਆਂ ਜਾ ਰਹੀਆਂ, ਕੀ ਅੱਜ ਕਿਤਾਬਾਂ ਦਾ ਵੀ ਉਹੀ ਸਥਾਨ ਹੋਣਾ ਚਾਹੀਦਾ ਹੈ ਜਿਹੜਾ ਸਾਡੇ ਹੱਥ ਦੇ ਵਿੱਚ ਫੋਨ ਦਾ ਹੈ? ਬਿਲਕੁਲ, ਦੇਖੋ ਕਿਤਾਬਾਂ ਦੂਰ ਨਹੀਂ ਹੋ ਰਹੀਆਂ, ਆਪਾਂ ਹਮੇਸ਼ਾ ਹੀ ਕਹਿੰਦੇ ਆ ਕਿ ਕਿਤਾਬਾਂ ਦੂਰ ਹੋ ਰਹੀਆਂ, ਆਪਾਂ ਦੂਰ ਹੋ ਰਹੇ, ਹੈ ਨਾ ਜੀ। ਤਾਂ ਬਿਲਕੁਲ ਜੋ ਆਪਣੇ ਵਾਲੀ ਜਨਰੇਸ਼ਨ ਹੈ ਜਾਂ ਇਸ ਤੋਂ ਪਹਿਲਾਂ ਵਾਲੇ ਨੇ, ਉਹ ਕਿਤਾਬਾਂ ਨਾਲ ਜੁੜੇ ਨੇ। ਅਗਰ ਆਪਾਂ ਸਾਹਿਤਕਾਰਾਂ ਦੀ ਗੱਲ ਕਰੀਏ, ਕਿਸੇ ਵੀ ਵਿਧਾ ਦਾ ਸਾਹਿਤਕਾਰ ਹੈ, ਉਹ ਕਿਤਾਬਾਂ ਨਾਲ ਜੁੜਿਆ, ਬਹੁਤ ਉਹ ਸਟੱਡੀ ਕਰਦੇ ਆ, ਪੜ੍ਹਦੇ ਆ, ਹੈ ਨਾ ਜੀ। ਬਟ ਜੋ ਆਉਣ ਵਾਲੀ ਜਨਰੇਸ਼ਨ ਹੈ, ਮੈਂ ਐਜ਼ ਅ ਟੀਚਰ ਗੱਲ ਕਰਾਂ, ਹੈ ਨਾ, ਤਾਂ ਆਉਣ ਵਾਲੀ ਜਨਰੇਸ਼ਨ ਵਾਕਈ ਹੀ ਕਿਤਾਬਾਂ ਵਾਲੇ ਸਾਹਿਤ ਤੋਂ ਦੂਰ ਹੋ ਚੁੱਕੀ। ਉਹ ਉਹੀ ਸ਼ਾਇਰੀ ਜੋ ਉਹਨਾਂ ਨੂੰ ਉਸ ਤਰ੍ਹਾਂ ਦੀ ਸੋਸ਼ਲ ਸਾਈਟਸ ਤੇ ਮਿਲਦੀ ਹੈ, ਪੜ੍ਹਦੇ ਆ, ਸੁਣਦੇ ਆ, ਉਸੇ ਤਰ੍ਹਾਂ ਦਾ ਉਹ ਪ੍ਰਭਾਵ ਕਬੂਲਦੇ ਆ, ਉਸੇ ਤਰ੍ਹਾਂ ਦੀ ਉਹਨਾਂ ਦੀ ਲਿਖਤਾਂ ਦੇ ਵਿੱਚ, ਕਿਉਂਕਿ ਮੇਰੇ ਕੋਲ ਜਦੋਂ ਬੱਚੇ ਲੈ ਕੇ ਆਉਂਦੇ ਆ, ਉਹੀ ਰੰਗ ਹੁੰਦਾ ਹੈ ਨਾ। ਤਾਂ ਬਹੁਤ ਜ਼ਰੂਰੀ ਹੋ ਗਿਆ ਇਹ। ਸਭ ਤੋਂ ਵੱਡਾ ਮੈਨੂੰ ਲੱਗਦਾ ਯੋਗਦਾਨ ਅਧਿਆਪਕ ਪਾ ਸਕਦੇ ਆ। ਸਾਹਿਤਕਾਰ ਤਾਂ ਲਿਖਤਾਂ ਲਿਖ ਕੇ ਯੋਗਦਾਨ ਪਾ ਹੀ ਰਹੇ ਨੇ, ਹੈ ਨਾ, ਪਰ ਅਧਿਆਪਕ ਦਾ ਇੱਥੇ ਜ਼ਰੂਰ ਫਰਜ਼ ਬਣਦਾ ਹੈ। ਕਾਫੀ ਸਾਰੇ ਅਧਿਆਪਕ ਬੜਾ ਅੱਛਾ ਕੰਮ ਕਰ ਰਹੇ ਸਾਹਿਤ ਨਾਲ ਬੱਚਿਆਂ ਨੂੰ ਜੋੜਨ ਦਾ। ਆਪਾਂ ਬੱਚਿਆਂ ਨੂੰ ਸਾਹਿਤ ਨਾਲ ਜ਼ਰੂਰ ਜੋੜੀਏ, ਕਿਤਾਬਾਂ ਨਾਲ ਜ਼ਰੂਰ ਜੋੜੀਏ। ਜਦੋਂ ਉਹ ਕਿਤਾਬਾਂ ਨਾਲ ਜੁੜਨਗੇ, ਉਹਨਾਂ ਨੂੰ ਲਾਇਬ੍ਰੇਰੀ ਤੱਕ ਲੈ ਕੇ ਜਾਈਏ, ਉਹਨਾਂ ਨੂੰ ਸਮਾਂ ਦਈਏ, ਪੀਰੀਅਡਸ ਦੀ ਇਸ ਤਰ੍ਹਾਂ ਦੀ ਐਡਜਸਟਮੈਂਟ ਹੋਏ ਕਿ ਉਹ ਵੱਧ ਤੋਂ ਵੱਧ ਲਾਇਬ੍ਰੇਰੀ ਦੇ ਵਿੱਚ ਸਮਾਂ ਗੁਜ਼ਾਰ ਸਕਣ, ਹੈ ਨਾ। ਜਦੋਂ ਉਹਨਾਂ ਨੂੰ ਲਜ਼ਤ ਪੈਦਾ ਹੋ ਗਈ, ਹੈ ਨਾ, ਉਹਨਾਂ ਨੂੰ ਹੌਲੀ ਹੌਲੀ ਉਹਦੇ ਵਿੱਚੋਂ ਸਵਾਦ ਆਉਣਾ ਸ਼ੁਰੂ ਹੋ ਗਿਆ ਕਿਤਾਬਾਂ ਦੇ, ਹੈ ਨਾ, ਲਿਖਤਾਂ ਦੇ ਵਿੱਚੋਂ, ਫਿਰ ਆਪਣੇ ਆਪ ਉਹਨਾਂ ਦੀ ਜੋ ਲਿਖਾਵਟ ਦੇ ਵਿੱਚ, ਉਹਨਾਂ ਦੀ ਲੇਖਣੀ ਦੇ ਵਿੱਚ ਵੀ ਬਹੁਤ ਨਿਖਾਰ ਆਏਗਾ ਜੀ। ਤੇ ਕਿਤਾਬਾਂ ਦੇ ਨਾਲ ਨਾਲ ਭਾਸ਼ਾ ਨਾਲ ਪਿਆਰ ਹੋਣਾ ਕਿੰਨਾ ਕੁ ਜ਼ਰੂਰੀ ਹੈ, ਆਪਣੀ ਮਾਂ ਬੋਲੀ ਨਾਲ ਪਿਆਰ ਹੋਣਾ ਕਿੰਨਾ ਜ਼ਰੂਰੀ ਹੈ, ਯਾਨੀ ਕਿ ਕਹਿ ਸਕਦੇ ਹਾਂ ਕਿ ਸਾਹਿਤ ਦੇ ਲਈ ਸ਼ਬਦਾਵਲੀ ਹੋਣਾ ਕਿੰਨਾ ਕੁ ਜ਼ਰੂਰੀ ਹੈ। ਕਿਉਂਕਿ ਅੱਜ ਆਪਾਂ ਦੇਖਦੇ ਹਾਂ ਕਿ ਮਾਤ ਭਾਸ਼ਾ ਆਪਣੀ ਪੰਜਾਬੀ ਨੂੰ ਕਿਤੇ ਨਾ ਕਿਤੇ ਬੱਚੇ ਜਿਹੜੇ ਆ ਭੁੱਲਦੇ ਜਾ ਰਹੇ ਆ, ਜਾਂ ਫਿਰ ਮਾਂ-ਬਾਪ ਇਹ ਫਰਜ਼ ਨਹੀਂ ਸਮਝਦੇ ਕਿ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਨਾਲ ਜੋੜਿਆ ਜਾ ਸਕੇ। ਤੇ ਜੇਕਰ ਮਾਂ ਬੋਲੀ ਨਹੀਂ ਹੈ ਤੇ ਕੁਝ ਵੀ ਨਹੀਂ ਹੈ, ਕਹਿ ਸਕਦੇ ਆ, ਨਾ ਸਾਡਾ ਵਿਰਸਾ, ਨਾ ਸਾਡਾ ਸਾਹਿਤ, ਨਾ ਸਾਡਾ ਸੱਭਿਆਚਾਰ। ਬਿਲਕੁਲ, ਦੇਖੋ ਸਭ ਤੋਂ ਪਹਿਲਾਂ ਤਾਂ ਅਕਸਰ ਲੋਕ ਕਹਿੰਦੇ ਕਿ ਮਾਂ ਬੋਲੀ ਤੇ ਸੰਕਟ ਛਾਇਆ ਹੈ ਜਾਂ ਇਹੋ ਜਿਹਾ ਕੁਝ ਨਹੀਂ ਹੈ। ਮਾਂ ਬੋਲੀ ਬਹੁਤ ਅਮੀਰ ਹੈ ਆਪਣੀ, ਅਗਰ ਆਪਾਂ ਪੰਜਾਬੀ ਦੀ ਗੱਲ ਕਰੀਏ, ਹੈ ਨਾ, ਬਹੁਤ ਅਮੀਰ ਹੈ, ਇਹਦੇ ਅੰਦਰ ਪੂਰੀ ਅਮੀਰੀ ਭਰੀ ਹੋਈ ਹੈ ਨਾ, ਇਹਨੂੰ ਕੁਝ ਨਹੀਂ ਹੋਣ ਵਾਲਾ। ਬਟ ਆਪਣਾ ਫਰਜ਼ ਬਣਦਾ, ਔਰ ਸਭ ਤੋਂ ਵੱਡਾ ਰੋਲ ਇਹਦੇ ਵਿੱਚ ਮਾਪਿਆਂ ਦਾ ਜੀ। ਉਸ ਤੋਂ ਬਾਅਦ ਸਕੂਲਾਂ ਦਾ ਸ਼ੁਰੂ ਹੁੰਦਾ ਹੈ ਕਿ ਆਪਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਇੱਕ ਸਟੈਂਡਰਡ ਲਈ, ਇੱਕ ਸਟੇਟਸ ਲਈ ਜਾਂ ਇੱਕ ਵਿਖਾਵੇ ਲਈ, ਹੈ ਨਾ, ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਨਾ ਕਰਨ। ਦੇਖੋ ਬੱਚਿਆਂ ਦੇ, ਪੰਜਾਬੀ ਬਹੁਤ ਖੂਬਸੂਰਤ ਭਾਸ਼ਾ ਹੈ, ਬਹੁਤ ਖੂਬਸੂਰਤ, ਇਹਦੇ ਅੰਦਰ ਇੰਨੇ ਕੁ ਖੂਬਸੂਰਤ ਸ਼ਬਦ ਨੇ ਜੀ। ਜ਼ਰੂਰਤ ਹੈ ਆਪਾਂ ਨੂੰ ਨਾ ਸ਼ਬਦਾਂ ਨੂੰ ਸੰਭਾਲ ਕੇ ਰੱਖਣ ਦੀ, ਆਪਣੇ ਕੋਲ, ਹੈ ਨਾ, ਜਜ਼ਬ ਕਰਨ ਦੀ, ਔਰ ਜਜ਼ਬ ਕਰਕੇ ਉਸ ਨੂੰ ਵਰਤਣ ਦੀ, ਸਮੇਂ-ਸਮੇਂ ਤੇ ਉਸ ਨੂੰ ਵਰਤਣ ਦੀ, ਹੈ ਨਾ। ਤਾਂ ਮਾਂ-ਬਾਪ, ਪਹਿਲਾ ਮਾਂ-ਬਾਪ ਦਾ ਫਰਜ਼ ਹੈ ਕਿ ਬੱਚਿਆਂ ਨੂੰ ਸੋਹਣੇ-ਸੋਹਣੇ ਸ਼ਬਦਾਂ ਦੇ ਨਾਲ ਜੋੜਨ, ਸਾਹਿਤ ਦੇ ਨਾਲ ਜੋੜਨ, ਹੈ ਨਾ। ਉਸ ਤੋਂ ਬਾਅਦ ਸਕੂਲਾਂ ਦਾ ਰੋਲ ਸ਼ੁਰੂ ਹੁੰਦਾ ਹੈ। ਮੈਂ ਇੱਥੇ ਜ਼ਿਕਰ ਨਹੀਂ ਕਰਾਂਗੀ, ਬਟ ਆਪਣੇ ਸਕੂਲਾਂ ਨੂੰ, ਚਾਹੇ ਕਿਸੇ ਤਰ੍ਹਾਂ ਦੇ ਵੀ ਸਕੂਲ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਮਾਂ ਬੋਲੀ ਨੂੰ ਵਧਣ ਫੁੱਲਣ ਲਈ ਉਸ ਤਰ੍ਹਾਂ ਦਾ ਮਾਹੌਲ ਦਿਓ ਤਾਂ ਕਿ ਉਹ ਪੂਰੀ ਨਿਖਰ ਕੇ ਸਾਹਮਣੇ ਆਏ, ਉਹਦਾ ਦਮ ਨਾ ਘੁੱਟੇ ਮਾਂ ਬੋਲੀ ਦਾ, ਹੈ ਨਾ। ਭਾਸ਼ਾ ਕਹਿੰਦੇ ਕਿ ਕੋਈ ਮਾੜੀ ਨਹੀਂ ਹੈ, ਪਰ ਮਾਤ ਭਾਸ਼ਾ ਜੇਕਰ ਆਂਦੀ ਹੋਵੇ ਤੇ ਆਪਾਂ ਹਰ ਭਾਸ਼ਾ ਸਿੱਖ ਸਕਦੇ ਹਾਂ, ਡੈਫੀਨੇਟਲੀ ਸਿੱਖ ਸਕਦੇ ਹਾਂ, ਬਿਲਕੁਲ। ਕਿਉਂਕਿ ਸਾਰੀਆਂ ਭਾਸ਼ਾਵਾਂ ਹੀ ਨਹੀਂ, ਜਿੰਨੇ ਵੀ ਵਿਸ਼ੇ ਨੇ, ਚਾਹੇ ਮੈਥ ਹੈ, ਸਾਇੰਸ ਹੈ, ਸਮਾਜਿਕ ਹੈ, ਕੋਈ ਵੀ ਵਿਸ਼ਾ ਹੈ, ਉਹ ਸਾਰਾ ਭਾਸ਼ਾ ਤੇ ਹੀ ਨਿਰਭਰ ਹੈ। ਤਾਂ ਆਪਣੀ ਹਰ ਬੰਦੇ ਨੂੰ, ਹਰ ਬੱਚੇ ਨੂੰ ਮਾਂ ਬੋਲੀ ਵਿੱਚ ਪਰਪੱਕ ਹੋਣਾ ਬਹੁਤ ਜ਼ਰੂਰੀ ਹੈ ਜੀ। ਔਰ ਇਸੇ ਦਾ ਹੀ ਆਪਾਂ ਜਿਹੜਾ ਸਵਾਲ ਦਾ ਜਿਹੜਾ ਇੱਕ ਦੂਸਰੇ ਰੂਪ ਦੇ ਨਾਲ ਤੁਹਾਡੇ ਤੋਂ ਪੁੱਛਦੇ ਹਾਂ ਕਿ ਸਾਹਿਤ ਦਾ ਭਾਸ਼ਾ ਨੂੰ ਕੀ ਯੋਗਦਾਨ ਹੈ, ਕਿਉਂਕਿ ਇੱਥੇ ਆਪਾਂ ਭਾਸ਼ਾ ਦੀ ਗੱਲ ਕੀਤੀ ਹੈ ਕਿ ਭਾਸ਼ਾ ਦਾ ਸਾਹਿਤ ਨੂੰ ਯੋਗਦਾਨ, ਸ਼ਬਦਾਵਲੀ ਦਾ ਕੀ ਯੋਗਦਾਨ ਹੈ। ਇੱਥੇ ਉਲਟਾ ਇੱਕ ਸਵਾਲ ਬਣਦਾ ਹੈ ਕਿ ਸਾਹਿਤ ਦਾ ਭਾਸ਼ਾ ਨੂੰ ਕੀ ਯੋਗਦਾਨ। ਮੈਂ ਪਹਿਲੇ ਵੀ ਇੱਥੇ ਦੱਸ ਚੁੱਕੀ ਹਾਂ ਕਿ ਦੇਖੋ ਸਾਹਿਤ ਨੇ
ਭਾਸ਼ਾ ਨੂੰ ਸੰਭਾਲ ਰੱਖਿਆ। ਜਿਸ ਤਰ੍ਹਾਂ ਭਾਸ਼ਾ ਨੇ ਸਾਹਿਤ ਨੂੰ ਸੰਭਾਲ ਰੱਖਿਆ, ਸਾਹਿਤ ਨੇ ਵੀ ਤਾਂ ਭਾਸ਼ਾ ਨੂੰ ਸੰਭਾਲ ਰੱਖਿਆ। ਪੁਰਾਣੀਆਂ ਲਿਖਤਾਂ ਦੇਖੋ, ਬਾਬਾ ਫਰੀਦ ਜੀ ਦੀਆਂ ਲਿਖਤਾਂ ਦੇਖੋ, ਕਿੰਨੇ ਸੋਹਣੇ ਸੋਹਣੇ ਸ਼ਬਦ ਨੇ, ਕਿੰਨੇ ਖੂਬਸੂਰਤ ਸ਼ਬਦ ਨੇ, ਹਨ। ਜਾਂ ਕਿੱਸਾ ਹੀਰ ਵਾਰਿਸ਼ਾ ਮੈਂ ਥੋੜਾ ਸਮਾਂ ਪਹਿਲਾਂ ਪੜਿਆ, ਬੜੇ ਅੱਛੇ ਤਰੀਕੇ ਨਾਲ ਪੜਿਆ, ਉਹਦੀ ਪ੍ਰੋਪਰ ਵਿਆਖਿਆ ਕਰਕੇ, ਤਾਂ ਮੇਰੀ ਸੋਚ ਹੈਰਾਨ ਹੋ ਗਈ ਕਿ ਕਿੰਨਾ ਕੁਝ, ਮੈਂ ਤਾਂ ਇੱਕ ਆਹੀ ਕਿੱਸਾ ਪੜਿਆ, ਕਿੰਨਾ ਕੁਝ ਪਿਆ ਹੈ ਨਾ ਸਾਹਿਤ ਦੇ ਅੰਦਰ, ਜਿਸ ਨੇ ਭਾਸ਼ਾ ਨੂੰ ਸੰਭਾਲ ਰੱਖਿਆ, ਭਾਸ਼ਾ ਦੇ ਸੋਹਣੇ ਸੋਹਣੇ ਸ਼ਬਦਾਂ ਨੂੰ ਸੰਭਾਲ ਰੱਖਿਆ ਹੈ ਨਾ, ਉਸ ਦੀ ਵਿਆਕਰਨ ਨੂੰ ਸੰਭਾਲ ਰੱਖਿਆ। ਪਰ ਇਹ ਵੀ ਚਲੋ ਸਮੇਂ-ਸਮੇਂ ਤੇ ਹਰ ਭਾਸ਼ਾ ਦੇ ਅੰਦਰ ਬਦਲਾਵ ਆਉਂਦੇ ਨੇ, ਪਰ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੈ ਨਾ। ਆਪਾਂ ਜਦੋਂ ਵੀ ਪੁਰਾਣੀਆਂ ਲਿਖਤਾਂ ਕੱਢ ਕੇ ਦੇਖਦੇ ਆ, ਜਾਂ ਆਪਾਂ ਅਗਰ ਮੈਂ ਹੀਰ ਵਾਰਿਸ਼ਾ ਦੀ ਦੁਬਾਰਾ ਫਿਰ ਗੱਲ ਕਰਾਂਗੀ ਕਿ ਉਹਨਾਂ ਨੂੰ ਪੜ੍ਹਨ ਲਈ ਵੀ ਆਪਾਂ ਨੂੰ ਇੱਕ ਵਿਆਕਰਨ ਦੀ ਜ਼ਰੂਰਤ ਪੈਂਦੀ, ਇੱਕ ਸ਼ਬਦਕੋਸ਼ ਦੀ ਜ਼ਰੂਰਤ ਪੈਂਦੀ ਹੈ। ਇਸ ਤਰ੍ਹਾਂ ਦੇ ਸ਼ਬਦ ਸਨ, ਅਦਰਵਾਈਜ਼ ਹੁਣ ਉਹ ਵਿਸਰ ਚੁੱਕੇ ਨੇ, ਹਨਾ। ਤਾਂ ਜ਼ਰੂਰਤ ਹੈ ਇਹਨਾਂ ਸ਼ਬਦਾਂ ਨੂੰ ਸੰਭਾਲ ਕੇ ਰੱਖਣ, ਤਦੇ ਮਾਂ ਬੋਲੀ ਦੀ ਜੋ ਅਮੀਰ ਵਿਰਸਾ ਹੈ ਨਾ, ਉਹਨੂੰ ਆਪਾਂ ਬਰਕਰਾਰ ਰੱਖ ਸਕਦੇ ਹਾਂ ਜੀ। ਤੇ ਕੁਝ ਸਤਰਾਂ ਜੀ ਤੁਸੀਂ ਸਾਡੇ ਨਜ਼ਰ ਰੱਖੋ, ਕੋਈ ਸ਼ੇਰ ਜਾਂ ਫਿਰ ਕੋਈ ਕਵਿਤਾ ਹੋ ਜਾਏ, ਕਿਉਂਕਿ ਕਵਿਤਾ ਵੀ ਆਪਾਂ ਸੁਣੀ ਨਹੀਂ ਹੈ, ਅੱਜ ਗਜ਼ਲਾਂ ਹੀ ਸੁਣ ਰਹੇ ਹਾਂ। ਮੈਂ ਗਜ਼ਲ ਹੀ ਲੈ ਕੇ ਗਜ਼ਲ ਤੇ ਜੀ ਤੁਸੀਂ ਨਾ ਕਵਿਤਾ ਸਮਝ ਕੇ ਸੁਣੋ ਜੀ। ਕਿ ਸੂਰਜ ਦੀ ਰੋਸ਼ਨੀ ਤੇ ਰਾਤਾਂ ਨੂੰ ਮਾਣ ਕਾਹਦਾ, ਸੂਰਜ ਦੀ ਰੋਸ਼ਨੀ ਤੇ ਰਾਤਾਂ ਨੂੰ ਮਾਣ ਕਾਹਦਾ, ਚਾਨਣ ਤੇ ਕਾਲਖਾਂ ਦਾ ਆਪਸ ਚੋਂ ਹਾਣ ਕਾਹਦਾ। ਵਾਹ। ਸ਼ੇਰ ਦੇਖਣਾ ਕਿ ਇਹ ਝੂਠ ਹੈ ਜਮਾਈ ਕਿ ਰੱਬ ਨਾਂ ਦੀ ਸ਼ੈ ਨਹੀਂ ਹੈ। ਇਹ ਝੂਠ ਹੈ ਜਮਾਈ ਕਿ ਰੱਬ ਨਾਂ ਦੀ ਸ਼ੈ ਨਹੀਂ ਹੈ, ਜੋ ਨਾਲ ਨਾਲ ਚੱਲਦਾ ਸਾਇਆ ਪਛਾਣ ਕਾਹਦਾ। ਕੀ ਬਾਤ ਹੈ। ਜੋ ਨਾਲ ਨਾਲ ਚੱਲਦਾ ਸਾਇਆ ਪਛਾਣ ਕਾਹਦਾ, ਕਿ ਲਾਸਟ ਦੇ ਵਿੱਚ ਕਿ ਜਿਨ੍ਹਾਂ ਨੇ ਜਾਣਾ ਹੁੰਦਾ ਦੱਸਦੇ ਨਾ ਜਾਣ ਲੱਗਿਆ। ਜਿਨ੍ਹਾਂ ਨੇ ਜਾਣਾ ਹੁੰਦਾ ਦੱਸਦੇ ਨਾ ਜਾਣ ਲੱਗਿਆ, ਹਰ ਵਕਤ ਲਾਈ ਰੱਖਦਾ ਤੂੰ ਜਾਣ ਜਾਣ ਕਾਹਦਾ। ਵਾਹ ਜੀ ਵਾਹ। ਹਰ ਵਕਤ ਲਾਈ ਰੱਖਦਾ ਤੂੰ ਜਾਣ ਜਾਣ ਕਾਹਦਾ। ਕੀ ਬਾਤ ਹੈ, ਦਿਲ ਨੂੰ ਚੀਰਦੀਆਂ ਜਾਂਦੀਆਂ ਇਹ ਸਤਰਾਂ। ਬਹੁਤ ਸ਼ੁਕਰੀਆ। ਦੇਖੋ ਇਹ ਸਵਾਲ ਵੈਸੇ ਹੁਣ ਤਾਂ ਨਹੀਂ ਬਣਦਾ ਇੱਥੇ ਆ ਕੇ ਪ੍ਰੋਗਰਾਮ ਦੇ ਇਸ ਪੜਾਅ ਤੇ ਕਿ ਚੇਟਕ ਕਿਵੇਂ ਲੱਗੀ, ਪਰ ਮੈਨੂੰ ਲੱਗਦਾ ਹੈ ਕਿ ਕੋਈ ਸੱਟ ਜ਼ਰੂਰ ਲੱਗੀ। ਨਹੀਂ, ਅਸਲ ਵਿੱਚ ਸੱਟ ਜਾਂ ਉਹ ਨਹੀਂ ਹੁੰਦਾ। ਜੋ ਕਵੀ ਹੈ ਜਾਂ ਕੋਈ ਸਾਹਿਤਕਾਰ ਹੈ ਨਾ, ਮੈਨੂੰ ਲੱਗਦਾ ਉਹ ਥੋੜਾ ਦੁਨੀਆ ਨਾਲੋਂ ਜ਼ਿਆਦਾ, ਆਮ ਲੋਕਾਂ ਨਾਲੋਂ ਜ਼ਿਆਦਾ ਭਾਵੁਕ ਹੁੰਦਾ ਜੀ। ਉਹ ਮਹਿਸੂਸ ਦਾ ਜ਼ਿਆਦਾ ਹੈ। ਯਕੀਨਨ ਮੈਂ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੈਨੂੰ ਦੁਨੀਆ ਦਾ ਦੁੱਖ ਲੱਗਦਾ ਹੈ ਨਾ, ਜਾਂ ਮੈਂ ਕਿਤੇ ਵੀ ਮਰਗ ਹੁੰਦੀ ਹੈ, ਕਿਸੇ ਦੀ ਡੈਥ ਹੁੰਦੀ ਹੈ, ਮੈਂ ਜ਼ਿਆਦਾ ਮਹਿਸੂਸ ਦੀ ਆਮ ਲੋਕਾਂ ਨਾਲੋਂ। ਕਿਤੇ ਅਖਬਾਰ ਦੇ ਵਿੱਚ ਮੈਂ ਬੱਚੇ ਦਾ ਦੁੱਖ ਪੜ੍ਹਦੀ ਹਾਂ ਜਾਂ ਕੋਈ ਐਕਸੀਡੈਂਟ, ਤਾਂ ਮੈਨੂੰ ਲੱਗਦਾ ਲਗਭਗ ਹਰ ਸਾਹਿਤਕਾਰ ਦਾ ਇਹ ਹਾਲ ਹੈ। ਤਾਂ ਚੇਟਕ ਕਿਵੇਂ ਲੱਗੀ, ਬਚਪਨ ਦੇ ਵਿੱਚ ਤੁਹਾਨੂੰ ਦੱਸਿਆ ਕਿ ਪਾਪਾ ਰਜਿੰਦਰ ਕੁਮਾਰ ਸਾਮਾ, ਪਿੰਡ ਜੰਡਵਾਲਾ, ਮੀਰਾ ਸੰਗਲਾ, ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ, ਉੱਥੇ ਘਰ ਦਾ ਮਾਹੌਲ, ਪਾਪਾ ਰਾਮਲੀਲਾ ਤੇ ਸਟੇਜਾਂ ਤੇ ਪ੍ਰੋਗਰਾਮ ਕਰਦੇ ਹੈ ਨਾ, ਐਕਟਰ, ਥੀਏਟਰ ਨਾਲ ਜੁੜੇ ਹੋਏ ਸਨ। ਘਰ ਦਾ ਮਾਹੌਲ, ਮੰਮੀ ਨੂੰ ਸਾਹਿਤ ਨਾਲ ਬਹੁਤ ਪਿਆਰ ਸੀ, ਭੈਣ ਭਰਾ ਸੀ, ਸਾਰੇ ਲਿਖਦੇ ਸੀ। 3rd ਕਲਾਸ ਤੋਂ ਪਤਾ ਨਹੀਂ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦੇ ਉਹ ਘਰ ਬੁੱਕਸ ਪਈਆਂ ਹੁੰਦੀਆਂ ਸੀ, ਉਹ ਸਾਹਿਤ ਪੜ੍ਹਦੇ ਕਦੋਂ ਲਿਖਣ ਲੱਗ ਗਏ, ਉਹ ਕੀ ਲਿਖਣ ਲੱਗੇ, ਪਹਿਲੇ ਤਾਂ ਸਮਝ ਨਹੀਂ ਆਉਂਦੀ ਸੀ ਵੀ ਲਿਖ ਕੀ ਰਹੇ ਆ ਜੀ, ਹਨਾ। ਕਦੇ ਮੈਂ ਫਿਲਮਾਂ ਦੀਆਂ ਸਟੋਰੀਆਂ ਲਿਖਣ ਲੱਗ ਜਾਣਾ, ਕਦੇ ਕਹਾਣੀਆਂ ਲਿਖਣ ਲੱਗ ਜਾਣਾ, ਕਦੇ ਦੋ ਤੁੱਕੀਆਂ ਬੰਦਾ ਲਿਖਣ ਲੱਗ ਜਾਣਾ। ਤਾਂ ਇਹ ਬਾਅਦ ਵਿੱਚ ਜੋ ਵਿਧਾ ਹੈ, ਸਾਹਿਤ ਦੀ ਵਿਧਾ, ਇਹ ਆਪਾਂ ਨੂੰ ਚੁਣਦੀ ਹੈ ਕਿਹੜੀ ਵਿਧਾ ਨੇ ਆਪਣੇ ਅੰਦਰ ਪ੍ਰਵੇਸ਼ ਕਰਨਾ ਹੈ ਨਾ ਜੀ। ਔਰ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਵੀ ਬੱਚੇ ਆਉਂਦੇ ਆ ਨਾ, ਲਿਖਦੇ ਆ ਆਪਣੇ ਮਾਂ-ਬਾਪ ਲਈ ਜਾਂ ਫਿਰ ਕੁਦਰਤ ਦੇ ਲਈ। ਆਪਾਂ ਦੇਖਦੇ ਆ ਕਿ ਜਿਹੜਾ ਸਾਹਿਤਕਾਰ ਹੈ ਨਾ, ਉਹ ਮੈਨੂੰ ਲੱਗਦਾ ਕਿ ਆਪਣੇ ਲਈ ਘੱਟ ਲਿਖਦਾ ਹੈ। ਉਹ ਆਪਣੇ ਤੋਂ ਛੋਟਿਆਂ ਲਈ, ਜਿੱਦਾਂ ਬੱਚਿਆਂ ਲਈ, ਜਾਂ ਕਹਿ ਲਓ ਕਿ ਜੇ ਕੋਈ ਬਜ਼ੁਰਗ ਆ ਉਹ ਬੱਚਿਆਂ ਲਈ ਲਿਖ ਰਿਹਾ ਹੈ, ਜੇ ਕੋਈ ਨੌਜਵਾਨ ਹੈ ਤੇ ਉਹ ਬਜ਼ੁਰਗਾਂ ਦੀ ਸਥਿਤੀ ਲਿਖ ਰਿਹਾ। ਇੱਥੇ ਸਵਾਲ ਇਹ ਬਣਦਾ ਹੈ ਕਿ ਉਮਰ ਦਾ ਵੀ ਕੋਈ ਸੰਬੰਧ ਹੈ ਸਾਹਿਤਕਾਰ ਦੇ ਨਾਲ, ਵੀ ਕੋਈ ਵੀ ਉਮਰ ਦਾ ਇਨਸਾਨ, ਜਾਂ ਫਿਰ ਆਪਾਂ ਜੈਂਡਰ ਦੀ ਗੱਲ ਕਰ ਲਈਏ, ਜਿਵੇਂ ਤੁਸੀਂ ਫੀਮੇਲ ਹੋ ਤਾਂ ਤੁਸੀਂ ਇੱਕ ਮੇਲ ਦੀ ਵੀ ਜਿਹੜੀ ਹੈ ਉਹ ਸਥਿਤੀ ਬਿਆਨ ਕਰਦੇ ਹੋ ਆਪਣੀ ਲਿਖਤੀ ਵਿੱਚ। ਬਿਲਕੁਲ, ਜਿਹੜੇ ਤਾਂ ਸਾਹਿਤ ਦੇ ਮੰਝੇ ਹੋਏ ਖਿਲਾੜੀ ਮੈਂ ਜਿਨ੍ਹਾਂ ਨੂੰ ਕਹਾਂਗੀ ਜੀ, ਉਹ ਹਰ ਤਰ੍ਹਾਂ ਦੇ, ਹਰ ਉਮਰ ਉਹਨਾਂ ਦੇ ਅੰਦਰ ਪ੍ਰਵੇਸ਼ ਕੀਤੀ ਹੁੰਦੀ ਹੈ ਨਾ। ਹਰ ਪੂਰੀ ਕਾਇਨਾਤ ਦਾ ਦਰਦ ਉਹਨਾਂ ਦੇ ਅੰਦਰ ਸਮਾਇਆ ਹੁੰਦਾ ਹੈ ਨਾ। ਪੂਰੀ ਕਾਇਨਾਤ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਹੈ ਨਾ ਫਿਰ ਲਿਖਦੇ ਆ। ਤਾਂ ਕਵੀ ਲਈ ਦੇਖੋ, ਮੈਂ ਮੁਖੀ ਕਵਿਤਾ ਮੈਂ ਤੋਂ ਸ਼ੁਰੂ ਹੋ ਕੇ, ਔਰ ਜਦੋਂ ਪੂਰੀ ਕਾਇਨਾਤ, ਪੂਰੀ ਕੁਦਰਤ ਤੱਕ ਫੈਲਦੀ ਹੈ ਕਵਿਤਾ, ਉਹੀ ਕਵਿਤਾ ਨੂੰ ਮਾਨਤਾ ਮਿਲਦੀ ਹੈ ਸਮਾਜ ਦੇ ਵਿੱਚ। ਉਹੀ ਕਵਿਤਾਵਾਂ ਜਾਂ ਉਹੀ ਸਾਹਿਤ ਨੂੰ ਪ੍ਰਮਾਣਿਤ ਹੋਇਆ ਹੈ ਨਾ, ਜਿਹੜੇ ਮਤਲਬ ਮੈਂ ਪੜ੍ਹਦੀ ਹਾਂ ਤਾਂ ਮੈਨੂੰ ਲੱਗੇ ਕਿ ਇਹ ਮੇਰੀ ਗੱਲ ਹੈ, ਤੁਸੀਂ ਪੜ੍ਹੋ ਤੁਹਾਨੂੰ ਲੱਗੇ ਤੁਹਾਡੀ ਗੱਲ ਹੈ।
ਜਾਂ ਸਾਹਮਣੇ ਸਰੋਤੇ ਪੜਨ ਉਹਨਾਂ ਨੂੰ ਲੱਗੇ ਸਾਡੀ ਗੱਲ ਕੀਤੀ ਹੈ ਨਾ। ਜੀ। ਅਸਲ ਵਿੱਚ ਕਵਿਤਾ ਜਾਂ ਸਾਹਿਤ ਕੋਈ ਵੀ ਵਿਧਾ ਹੈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਔਰ ਉਹਨੂੰ ਹੀ ਮਾਨਤਾ ਮਿਲਦੀ ਹੈ। ਜੀ। ਤੇ ਜਿਵੇਂ ਹੋਰ ਵੀ ਬਹੁਤ ਸਾਰੇ ਸਾਹਿਤਕਾਰ ਨੇ, ਤੁਹਾਡੇ ਤੋਂ ਉੱਪਰ ਵੀ ਨੇ ਜਾਂ ਕਹਿ ਲਓ ਕਿ ਤੁਹਾਡੇ ਤੋਂ ਥੱਲੇ ਵੀ ਹੈ, ਜਿਹੜੇ ਜਿਨ੍ਹਾਂ ਨੂੰ ਹਜੇ ਸਿੱਖ ਰਹੇ ਆ ਲਿਖਣਾ, ਤੇ ਕੀ ਕਹਿਣਾ ਚਾਹੋਗੇ ਆਉਣ ਵਾਲੇ ਸਮੇਂ 'ਚ ਜਿਹੜੇ ਸਾਹਿਤਕਾਰ ਆ ਰਹੇ ਆ ਸਾਡੇ ਪੰਜਾਬ ਦੇ, ਕਿਸ ਤਰ੍ਹਾਂ ਦੀ ਉਹਨਾਂ ਦੀ ਲਿਖਤ ਹੋਣੀ ਚਾਹੀਦੀ, ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ? ਜੀ ਬਿਲਕੁਲ, ਮੈਂ ਗਜ਼ਲ ਦੀ ਜ਼ਰੂਰ ਇੱਥੇ ਗੱਲ ਕਰਾਂਗੀ ਕਿ ਸੋਸ਼ਲ ਮੀਡੀਆ ਤੇ ਜੋ ਔਰਤਾਂ ਕਵਿਤਾਵਾਂ ਲਿਖ ਰਹੀਆਂ ਨੇ, ਪਹਿਲੇ ਮੈਂ ਵੀ ਉਹਨਾਂ ਵਿੱਚ ਸ਼ਾਮਲ ਸੀ, ਯਕੀਨਨ ਮੈਂ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਸ਼ੁਮਾਰ ਕਰਦੀ ਹਾਂ, ਬਟ ਬਦਲਾਵ ਆਉਂਦਾ ਹੈ, ਨਿਖਾਰ ਆਉਂਦਾ ਹੈ ਸਮੇਂ ਦੇ ਨਾਲ, ਹਰ ਇਨਸਾਨ ਦੀ ਸ਼ਖਸੀਅਤ ਦੇ ਵਿੱਚ, ਲੇਖਣੀ ਦੇ ਵਿੱਚ ਨਿਖਾਰ ਆਉਂਦਾ ਜਾਂਦਾ ਹੈ, ਤਾਂ ਨਿਖਾਰ ਆਇਆ ਹੈ ਨਾ। ਬਟ ਜੋ ਔਰਤਾਂ ਲਿਖ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ, ਅਗਰ ਗਜ਼ਲ ਨਾਮ ਦੀ ਸ਼ੈ ਉਹਨਾਂ ਨੇ ਲਿਖਣੀ ਹੈ ਤਾਂ ਉਹਨਾਂ ਨੂੰ ਇਲਮੇ ਅਰੂਜ਼ ਜਾਂ ਛੰਦਬੰਦੀ ਤੋਂ ਜ਼ਰੂਰ ਵਾਕਿਫ ਹੋਣਾ ਪੈਣਾ ਹੈ। ਉਹ ਜੋ ਉਸਦੇ ਅਸੂਲ ਨੇ ਹੈ ਨਾ, ਉਹਨਾਂ ਦੇ ਵਿੱਚੋਂ ਲੰਘਣਾ ਪੈਣਾ ਹੈ ਨਾ। ਹਾਂ, ਉਸੇ ਤਰ੍ਹਾਂ ਹੀ ਗਜ਼ਲ ਜੋ ਬਹਿਰ ਹੈ, ਜੋ ਵਜ਼ਨ ਹੈ ਨਾ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ, ਫਿਰ ਹੀ ਗਜ਼ਲ ਹੁੰਦੀ ਹੈ, ਨਹੀਂ ਤਾਂ ਗਜ਼ਲ ਨਹੀਂ ਹੁੰਦੀ। ਬਿਲਕੁਲ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਬਹੁਤ ਸੋਹਣੀਆਂ ਜਿਹੜੀਆਂ ਗਜ਼ਲਾਂ ਤੁਸੀਂ ਸਾਨੂੰ ਸੁਣਾਈਆਂ ਔਰ ਸਮੇਂ ਦਾ ਪਤਾ ਹੀ ਨਹੀਂ ਚੱਲਿਆ ਕਿ ਕਿਵੇਂ ਖਤਮ ਹੋ ਗਿਆ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਫਿਰ ਤੋਂ ਤੁਸੀਂ ਸਾਡੇ ਨਾਲ ਕਿਸੇ ਪ੍ਰੋਗਰਾਮ ਦੇ ਵਿੱਚ ਜੁੜੋ। ਤੁਸੀਂ ਗੱਲਾਂ ਤੇ ਗੀਤ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ।